ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਨੂੰ ਸੰਪੂਰਨਤਾ ਦਿੱਤੀ ਸੀ। ਵੀ ਲਿਖਤੀ ਰੂਪ ਵਿੱਚ ਗੁਰਬਾਣੀ ਗੁਰੂ ਨੂੰ ਸੰਪੂਰਨ ਕਰ ਲਿਆ ਸੀ। ਅਤੇ ਉਸ ਤੋਂ ਬਾਅਦ ਆਪਾਂ ਨੂੰ ਸਾਰੀ ਮਾਨਵਤਾ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਨੂੰ ਕਿਹਾ ਗਿਆ। ਅਤੇ ਕਿਹਦੇ ਹੁਕਮ ਵਿੱਚ ਕਿਹਾ ਗਿਆ? ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਕਿਹਾ ਗਿਆ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋ ਚਾਹੈ ਖੋਜ ਸ਼ਬਦ ਮੈਂ ਲਈ। ਵੀ ਜਿਹੜਾ ਮਾਲਕ ਨੂੰ ਖੋਜਣਾ ਚਾਹੁੰਦਾ ਹੈ, ਮਿਲਣਾ ਚਾਹੁੰਦਾ ਹੈ, ਉਹ ਸ਼ਬਦ ਦੀ ਖੋਜ ਕਰ ਲਈ। ਹੁਣ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਨੂੰ ਪੁੱਛੀ ਜਾਣਾ, ਕਿਉਂਕਿ ਸਾਡੇ ਗੁਰੂ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੌਣ ਨੇ? ਭਗਤ ਜਨ ਅਤੇ ਗੁਰੂ ਸਾਹਿਬਾਨ ਸਿੱਖ। ਕਿਉਂਕਿ ਗੁਰਬਾਣੀ ਗੁਰੂ ਉਹਨਾਂ ਦੀ ਲਿਖਤ ਆ। ਬਾਬਾ ਕਬੀਰ ਜੀ ਦੀ ਬਾਣੀ, ਭਗਤ ਰਵਿਦਾਸ ਜੀ ਦੀ ਬਾਣੀ, ਨਾਮਦੇਵ ਜੀ ਦੀ ਬਾਣੀ, ਧੰਨਾ ਜੀ ਦੀ ਬਾਣੀ, ਸਾਰੇ ਭਗਤਾਂ ਦੀ ਬਾਣੀ, ਗੁਰੂ ਸਾਹਿਬਾਨ ਜੀ ਦੀ ਬਾਣੀ, ਇਹ ਸਾਰੀ ਬਾਣੀ ਇਕੱਤਰ ਕਰਕੇ ਅਤੇ ਹੁਣ ਇਹਨਾਂ ਦੇ ਵਿੱਚ ਗੁਰੂ ਅਤੇ ਸਤਿਗੁਰੂ ਕੌਣ ਨੇ? ਜਿਨ੍ਹਾਂ ਨੇ ਬਾਣੀ ਗੁਰੂ ਲਿਖੀ, ਜਿਨ੍ਹਾਂ ਨੇ ਬਾਣੀ ਗੁਰੂ ਦੀ ਰਚਨਾ ਕੀਤੀ, ਕਲਮਬੰਦ ਕੀਤਾ। ਔਰ ਸਾਰੀ ਗੁਰਬਾਣੀ ਨੂੰ ਕਲਮਬੰਦ ਕਰਕੇ ਸਾਨੂੰ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਹਾ ਗਿਆ ਵੀ ਲੜ ਘੁੱਟ ਕੇ ਫੜ ਲਓ, ਛੱਡਿਓ ਨਾ। ਵੀ ਜੇ ਇਸ ਮਾਲਕ ਨਾਲੋਂ, ਸੱਚ ਨਾਲੋਂ ਤੁਸੀਂ ਵਿਛੜੇ ਹੋ, ਇਹ ਸੱਚ ਮਾਲਕ ਨਾਲੋਂ ਵਿਛੜੇ ਹੋ, ਤੁਸੀਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਆਓ। ਆ ਕੇ ਜੋ ਗੁਰਬਾਣੀ ਗੁਰੂ ਕਹਿ ਰਹੇ ਨੇ ਉਹਨੂੰ ਪ੍ਰੈਕਟੀਕਲ ਕਰੋ। ਪ੍ਰੈਕਟੀਕਲ ਕਰਕੇ ਤੁਸੀਂ ਇਸ ਨੂੰ ਮਿਲ ਲਓ। ਜੋ ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਜੋ ਸੱਚ ਹੈ ਉਹਨੂੰ ਮਿਲੋ। ਇਹ ਸੱਚ ਨੂੰ ਮਿਲਣਾ ਕਿੰਨੇ ਆ? ਮਨ ਨੇ। ਕਿੰਨੇ ਮਿਲਣਾ? ਮਨ ਨੇ। ਹੁਣੇ ਤੁਸੀਂ ਬੀਬੀ ਜੀ ਤੋਂ ਕੀਰਤਨ ਦੇ ਵਿੱਚ ਸ਼ਬਦ ਸੁਣਿਆ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਜਨ ਮੀਨਜ਼ ਮਨ, ਵੀ ਮੈਨੂੰ ਨਾ ਵਿਸਾਰਿਓ, ਮੈਂ ਤੇਰਾ ਜਾਨਾ। ਇਹ ਕਦੋਂ ਪਤਾ ਲੱਗਦਾ? ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਹਾਂ, ਸੰਗਤ ਕਰਦੇ ਹਾਂ, ਅਤੇ ਭੇਦ ਖੁੱਲ੍ਹਦਾ ਹੈ ਵੀ ਮਹਾਰਾਜ ਮੈਂ ਤੇਰਾ ਹੀ ਪੁੱਤ ਹਾਂ। ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਤੂੰ ਹੀ ਮੇਰੀ ਮਾਂ ਹੈ, ਤੂੰ ਹੀ ਮੇਰਾ ਪਿਤਾ ਹੈ। ਹਰ ਜੀ ਮਾਤਾ ਹਰ ਜੀ ਪਿਤਾ, ਹਮ ਹਰ ਕੇ ਬਾਰਿਕ। ਮੈਨੂੰ ਪਹਿਲਾਂ ਨਹੀਂ ਸੀ ਪਤਾ। ਜਦੋਂ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਪਤਾ ਲੱਗਾ ਕਿ ਮੈਨੂੰ ਤੇਰੇ ਨਾਲੋਂ ਵਿਛੜੇ ਨੂੰ 3 ਯੁੱਗ ਬੀਤ ਗਏ, 4ਥਾ ਯੁੱਗ ਚੱਲਦਾ ਹੈ। ਮੈਂ ਤੈਨੂੰ ਮਿਲਿਆ ਨਹੀਂ। ਕਿਰਪਾ ਕਰੋ, ਆਹ ਜਨਮ ਜਿਹੜਾ ਮਿਲਿਆ ਹੈ, ਇਹ ਜਨਮ ਹੀਰੇ ਵਰਗਾ ਮਿਲਿਆ ਹੈ, ਇਹ ਬਿਰਥਾ ਨਾ ਚਲਾ ਜਾਏ। ਤੇਰੇ ਮਿਲਾਪ ਤੋਂ ਬਿਨਾਂ ਇਹ ਨਾ ਹੋਵੇ ਕਿ ਮੇਰੇ ਸਵਾਸ ਪੂਰੇ ਹੋ ਜਾਣ, ਮੈਂ ਸਰੀਰ ਛੱਡ ਜਾਂ। ਜੇ ਮਿਲਾਪ ਤੋਂ ਬਿਨਾਂ ਸਵਾਸ ਪੂਰੇ ਹੋ ਜਾਂਦੇ ਨੇ, ਆਪਾਂ ਸਰੀਰ ਛੱਡ ਜਾਂਦੇ ਹਾਂ, ਤਾਂ ਫਿਰ ਜਿੱਧਰ ਸਾਡੀ ਰੁਚੀ ਜ਼ਿਆਦਾ ਹੁੰਦੀ ਹੈ, ਜਿੱਧਰ ਸਾਡਾ ਧਿਆਨ ਜ਼ਿਆਦਾ ਹੁੰਦਾ ਹੈ, ਜਿੱਧਰ ਸਾਡਾ ਮੋਹ ਜ਼ਿਆਦਾ ਹੁੰਦਾ, ਉਹ ਜੂਨ ਦਿੱਤੀ ਜਾਂਦੀ ਹੈ 84 ਲੱਖ ਜੂਨ ਦੇ ਵਿੱਚੋਂ। ਅਤੇ ਆਪਾਂ ਨੂੰ ਪਤਾ ਲੱਗਾ ਕਿ ਆਪਾਂ ਮਾਲਕ ਦੇ ਵਿੱਚ ਧਿਆਨ ਲਾਉਣਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਧਿਆਨ ਲਾਉਣਾ ਹੈ, ਕਿਸੇ ਸਰੀਰ ਦੇ ਵਿੱਚ ਧਿਆਨ ਨਹੀਂ ਲਾਉਣਾ। ਸਰੀਰ ਇੱਕ ਆਕਾਰ ਹੈ। ਸਰੀਰ ਕੀ ਹੈ ਜੀ? ਆਕਾਰ ਹੈ। ਇਹ ਸਰੀਰ ਜੋ ਹੈ ਨਾਸਵਾਨ ਹੈ। ਇਹ ਸਰੀਰ ਜੋ ਹੈ ਇਹ ਝੂਠਾ ਹੈ। ਜਗ ਰਚਨਾ ਸਭ ਝੂਠ ਹੈ। ਅਤੇ ਮੈਂ ਤਾਂ ਉਹਨੂੰ ਮਿਲਣਾ ਜੋ ਸਦੀਵੀ ਸੱਚ ਹੈ, ਜੋ ਸਦੀਵੀ ਸੱਚ ਹੈ। ਅਤੇ ਜੋ ਸਦੀਵੀ ਸੱਚ ਹੈ, ਉਹ ਮਾਲਕ ਦਾ ਜਿਹੜਾ ਸਰੂਪ ਹੈ ਉਹ ਪ੍ਰਕਾਸ਼ ਹੈ। ਕੀ ਸਰੂਪ ਆ ਜੀ? ਪ੍ਰਕਾਸ਼ ਹੀ ਪ੍ਰਕਾਸ਼ ਹੈ। ਅਚਲ ਮੂਰਤ ਅਨਭਉ ਪ੍ਰਕਾਸ਼ ਸਮਤੋਜ ਕਹੀਜੈ। ਉਹ ਪ੍ਰਕਾਸ਼ਮਾਨ ਰੂਪ ਦਾ ਬੱਚਾ ਜਿਹੜਾ ਹੈ ਉਹ ਹੈ ਸਾਡਾ ਮਨ। ਅਤੇ ਅਸੀਂ ਮਨ ਤੌਰ 'ਤੇ ਸਾਰੇ ਹੀ ਅਕਾਲ ਪੁਰਖ ਦੇ ਬੱਚੇ ਹਾਂ। ਅਤੇ ਸਾਡਾ ਮਨ ਵੀ ਪ੍ਰਕਾਸ਼ ਹੈ। ਸਾਡਾ ਮਨ ਵੀ ਇੱਕ ਪ੍ਰਕਾਸ਼ ਹੈ, ਇੱਕ ਜੋਤ ਹੈ, ਇੱਕ ਲਾਈਟ ਹੈ, ਇੱਕ ਚਾਨਣ ਹੈ। ਉਸ ਲਾਈਟ ਬਾਰੇ, ਚਾਨਣ ਬਾਰੇ ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ।
सब में जोत जोत है सोए तिसदे चानन, सब में चानन होए गुरसाखी जोत प्रगट होए। उस चानन का भेद ना होने करके जदों वारी आपो अपनी अपने सवास खत्म होंदे ने ते वो चानन इत्थों नेत्रां दे विचों निकलदा है, मन चानन रूप नेत्रां दे विचों निकलदा है, इत्थे चला जांदा है। आह देखिया ही नहीं कदी किसी ने, आ स्पेस नूं कदी नहीं देखिया आपां, इहदे विच इत्थे चला जांदा। इत्थे जाके फिर इहदा हिसाब किताब हुंदा है। साडे शरीर दे विच दर दिखाया गया, उस दर दे उत्ते मन दा जो सवासां रूपी पूंजी, सवासां रूपी धन, सवासां रूपी पैसे लैके जिहड़ा मन आया सी दरगाह दे विचों, उन्हां पैसिਆਂ ਦਾ, उस पूंजी ਦਾ, उस धन ਦਾ ਉੱਥੇ ਹਿਸਾਬ ਕਿਤਾਬ ਹੁੰਦਾ ਹੈ ਵੀ ਇਹਦਾ ਹਿਸਾਬ ਕੱਢੋ, ਇਹਦੀਆਂ ਬਹੀਆਂ ਫਰੋਲੋ, ਅਕਾਊਂਟ ਕੱਢੋ ਇਹਦਾ ਵੀ ਕਿੱਧਰ ਰੁਚੀ ਜ਼ਿਆਦਾ ਹੈ। ਜਿੱਧਰ ਰੁਚੀ ਜ਼ਿਆਦਾ ਹੁੰਦੀ ਆ ਉਧਰ ਫਿਰ ਮਨ ਨੂੰ ਇਹਦੇ 'ਚੋਂ ਲਾਈਟ ਨੂੰ ਇਹਦੇ 'ਚੋਂ ਨਿਕਲਣੀ ਅਤੇ ਉਸ ਸਰੀਰ ਵਿੱਚ ਉਹ ਲਾਈਟ ਚਲੀ ਜਾਂਦੀ ਆ, ਉਹ ਮਨ ਜੋਤ ਸਰੂਪ ਚਲਾ ਜਾਂਦਾ। ਮਨ ਨਹੀਂ ਮਰਦਾ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਹਾਰਾਜ ਕਹਿੰਦੇ ਜੋ ਤੂਹਾ ਜੁਗਤ ਸਾਇੰਸ ਹੈ ਕਾਇਆ ਫਿਰ ਪਲਟੀ ਹੈ। ਕਾਇਆ ਬਦਲ ਦਿੱਤੀ ਜਾਂਦੀ ਆ ਸਰੀਰ ਬਦਲ ਦਿੱਤਾ ਜਾਂਦਾ, ਜੋਤ ਉਹੀ ਹੁੰਦੀ ਹੈ, ਜੋਤ ਨਹੀਂ ਮਰਦੀ, ਮਨ ਨਹੀਂ ਮਰਦਾ। ਇਸ ਕਰਕੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਗੁਰਬਾਣੀ ਵਿੱਚ ਦੱਸਿਆ ਗਿਆ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸ਼ਵ। ਹੁਣ ਜਿਸ ਤਰ੍ਹਾਂ ਗੁਰਮੁਖਾਂ ਨੇ ਕੀਰਤਨ ਕੀਤਾ ਹੈ, ਬਿਲਕੁਲ ਨੇਤਰ ਬੰਦ ਕਰਕੇ ਕੀਰਤਨ ਕੀਤਾ ਹੈ, ਔਰ ਜੋ ਕੀਰਤਨ ਗੁਰਬਾਣੀ ਵਿੱਚ ਦੱਸਿਆ ਗਿਆ ਉਸ ਮੁਤਾਬਕ ਜਿਸ ਪੁਆਇੰਟ 'ਤੇ ਜਾ ਕੇ ਸਿਮਰਨ ਕਰਾਉਣਾ ਸੀ ਅਤੇ ਇਹ ਸਿਮਰਨ ਵੀ ਕੀਤਾ ਗਿਆ। ਅਸੀਂ ਜਿੰਨੇ ਵੀ ਬੱਚੇ ਇੱਥੇ ਕੀਰਤਨ ਕਰਦੇ ਨੇ ਉਹਨਾਂ ਨੂੰ ਕਹਿੰਦੇ ਹਾਂ ਵੀ ਜਦੋਂ ਪੁਆਇੰਟ ਆ ਜਾਂਦਾ ਸਿਮਰਨ ਦਾ, ਅਤੇ ਉਦੋਂ 2 ਮਿੰਟ ਸਿਮਰਨ ਕਰਾ ਦਿਆ ਕਰੋ। ਪ੍ਰੋਪਰ ਗੁਰਬਾਣੀ ਦੇ ਆਧਾਰ 'ਤੇ ਕੀਰਤਨ ਕੀਤਾ ਹੈ ਔਰ ਨੇਤਰ ਬੰਦ ਕਰਕੇ ਕੀਤਾ ਹੈ। ਆਮ ਤੌਰ 'ਤੇ ਜੀਵ ਅੱਖਾਂ ਖੋਲ੍ਹ ਕੇ ਆਸੇ ਪਾਸੇ ਦੇਖਦੇ ਹੋਏ ਕੀਰਤਨ ਕਰਦੇ ਨੇ, ਬਹੁ ਗਿਣਤੀ। ਤੁਸੀਂ ਦੇਖ ਲਿਓ, ਅੱਜ ਤੋਂ ਤੁਸੀਂ ਚੈਕਿੰਗ ਸ਼ੁਰੂ ਕਰ ਦਿਓ ਵੀ ਜਿੱਥੇ ਕੀਰਤਨ ਹੁੰਦਾ ਹੈ ਜੇ ਉਹਦੀ ਨਿਗਾਹ ਐਂ ਆਸੇ ਪਾਸੇ ਤਾਂ ਸਮਝ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਉੱਥੇ ਧਿਆਨ ਲਾ ਕੇ ਕੀਰਤਨ ਨਹੀਂ ਉਹ ਕਰਦਾ। ਅਤੇ ਮਹਾਰਾਜ ਨੇ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਿੱਥੇ ਧਿਆਨ ਲਾ ਕੇ ਕੀਰਤਨ ਕਰਨਾ? ਮਹਾਰਾਜ ਗੁਰਬਾਣੀ ਦੱਸਦੇ ਨੇ ਨਿਜ ਪਦ ਉੱਪਰ ਲਾਗੋ ਧਿਆਨ, ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਇਹ ਜੋ ਕੀਰਤਨ ਹੈ ਇਹ ਮਨ ਸਾਡਾ ਬਹੁਤ ਜਨਮਾਂ ਦਾ ਸੁੱਤਾ ਪਿਆ ਹੈ, ਅਤੇ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਅਤੇ ਸੁੱਤਾ ਹੋਇਆ ਮਨ ਜਾਗਦਾ ਹੈ। ਗੁਰ ਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਉਹ ਸੁੱਤਾ ਹੋਇਆ ਮਨ ਜਾਗਦਾ ਹੈ। ਅਤੇ ਇਹ ਜੋ ਕੀਰਤਨ ਦਾ ਖਜ਼ਾਨਾ ਹੈ, ਕੀਰਤਨ ਦਾ ਵੱਥ ਹੈ ਜਿਹੜਾ, ਇਹ ਮਾਲਕ ਸਾਧੂਆਂ ਨੂੰ ਬਖਸ਼ਿਸ਼ ਕਰਦਾ। ਗੁਰਬਾਣੀ ਦੇ ਵਿੱਚ ਦੱਸਿਆ ਗਿਆ ਕਿ ਸਾਧੂ ਜਨ ਇਹ ਜਿਹੜਾ ਖਜ਼ਾਨਾ ਹੈ ਇਹ ਸੰਗਤ ਦੇ ਅੱਗੇ ਖੋਲ੍ਹਦੇ ਨੇ, ਪ੍ਰਗਟ ਕਰਦੇ ਨੇ। ਰਾਮ ਨਾਮ ਕੀਰਤਨ ਰਤਨ ਵਥ, ਹਰ ਸਾਧੂ ਪਾਸ ਰਖੀਜੈ, ਜੋ ਗੁਰ ਬਚਨ ਸਤ ਸਤ ਕਰ ਮਾਨੇ ਤਿਸ ਆਗੇ ਕਾਢ ਤਰੀਜੈ। ਕਹਿੰਦੇ ਉਹਦੇ ਅੱਗੇ ਕੱਢ ਕੇ ਰੱਖਦੇ ਨੇ ਖਜ਼ਾਨਾ, ਅਤੇ ਉਹ ਹੁਣ ਖਜ਼ਾਨਾ ਆਪਣੇ ਅੱਗੇ ਰੱਖਿਆ। ਅਤੇ ਆਪਾਂ ਗੁਰਬਾਣੀ ਗੁਰੂ ਕੀਰਤਨ ਦੇ ਰੂਪ ਵਿੱਚ ਗਾਇਨ ਕੀਤੀ ਹੈ ਤਾਂ ਗੁਰਬਾਣੀ ਹੋਈ ਹੈ ਨਾ। ਗੁਰਬਾਣੀ ਗੁਰੂ ਨੂੰ ਆਪਾਂ ਪੜ੍ਹ ਕੇ ਸਮਝ ਲਈਏ, ਕੀਰਤਨ ਦੁਆਰਾ ਸੁਣ ਕੇ ਸਮਝ ਲਈਏ, ਬਾਣੀ ਸੁਣ ਕੇ ਸਮਝ ਲਈਏ। ਸਮਝਣਾ ਜ਼ਰੂਰੀ ਹੈ। ਗੁਰਬਾਣੀ ਗੁਰੂ ਨੂੰ ਸਮਝ ਕੇ ਪ੍ਰੈਕਟੀਕਲ ਕਰਕੇ ਤੁਸੀਂ ਇਸ ਨੂੰ ਮਿਲਣਾ, ਇੱਕ ਨੂੰ। ਇਹ ਸਾਰੀ ਦੁਨੀਆ ਦੇ ਉੱਤੇ ਛਾਇਆ ਹੋਇਆ, ਸਾਰੀ ਦੁਨੀਆ ਦੇ ਉੱਤੇ। ਇਹ ਇੱਕ ਮਾਲਕ ਧਰਤੀ ਵਿੱਚ ਵੀ ਹੈ, ਮਿੱਟੀ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ, ਆਕਾਸ਼ ਵਿੱਚ, ਹਰ ਜਗ੍ਹਾ 'ਤੇ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਇ, ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਹੀਲ ਸੋਏ। ਹੁਣ ਪੜ੍ਹ ਲਿਆ ਆਪਾਂ ਵੀ ਇੱਕ ਆ ਜਲਾਂ ਦੇ ਵਿੱਚ, ਥਲਾਂ ਦੇ ਵਿੱਚ, ਮਹੀਲ ਦੇ ਵਿੱਚ, ਪਰ ਦੇਖਿਆ ਨਹੀਂ। ਜਦੋਂ ਦੇਖਾਂਗੇ ਫਿਰ ਉਦਾਹਰਨ ਦੀ ਲੋੜ ਨਹੀਂ ਪਏਗੀ, ਪ੍ਰਮਾਣ ਦੀ ਲੋੜ ਨਹੀਂ ਪਏਗੀ, ਪ੍ਰਤੱਖ ਹੋ ਜਾਏਗਾ। ਹੁਣ ਜਦੋਂ ਆਪਾਂ ਸੱਚੀ ਮੁੱਚੀ ਦੇਖ ਲਾਂਗੇ ਫਿਰ ਆਪਾਂ ਦੇਖਾਂਗੇ ਮਹਾਰਾਜ ਵਾਕਿਆ ਤੁਸੀਂ ਧਰਤੀ ਵਿੱਚ ਵੀ ਹੈਗੇ ਹੋ। ਮੈਂ ਦੇਖ ਲਿਆ ਤੁਹਾਨੂੰ, ਤੁਸੀਂ ਧਰਤੀ ਵਿੱਚ ਵੀ ਹੋ। ਮੈਂ ਦੇਖ ਲਿਆ ਤੁਹਾਨੂੰ, ਤੁਸੀਂ ਪਾਣੀ ਵਿੱਚ ਵੀ ਹੋ, ਤੁਹਾਨੂੰ ਤੁਸੀਂ ਅੱਗ ਵਿੱਚ ਵੀ ਹੋ, ਤੁਸੀਂ ਮਹੀਲ ਵਿੱਚ ਵੀ ਹੋ, ਧਰਤੀ ਤੋਂ ਆਕਾਸ਼ ਤੱਕ ਵੀ ਹੋ। ਮੈਨੂੰ ਕੋਈ ਸ਼ੱਕ ਨਹੀਂ ਰਹਿ ਗਈ, ਮੈਨੂੰ ਕੋਈ ਹੁਣ ਸ਼ੰਕਿਆ ਨਹੀਂ ਰਹੀ। ਅੰਤਰ ਕੀ ਗਤ ਜਾਣੀਏ ਗੁਰ ਮਿਲ ਗਏ ਸ਼ੰਕ ਉਤਾਰ। ਅੰਤਰ ਕੀ ਗਤ ਜਾਣੀਏ ਵੀ ਅੰਦਰਲਾ ਭੇਦ ਜਾਣਨਾ ਚਾਹੁੰਦੇ ਹਾਂ, ਅਤੇ ਸ਼ੰਕਿਆ ਨੂੰ ਉਤਾਰ ਦਿਓ, ਪਾਸੇ ਰੱਖ ਦਿਓ, ਅਤੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਅਤੇ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਸ਼ੰਕਾ ਉਤਾਰਦੇ ਹਾਂ, ਅਤੇ ਫਿਰ ਕੀ ਕਹਿੰਦੇ ਹਾਂ,
क्योंकि मालक नूं देख लैंदे आ, ਇੱਥੇ ਵੀ ਤੁਸੀਂ देख ਲੈਂਦੇ ਹੋ संगत ਵਿੱਚ, ਇਸੇ मालक ਨੂੰ ਤੁਸੀਂ ਤੁਰੇ ਜਾਂਦੇ ਵੀ देख ਸਕਦੇ ਹੋ। ਤੁਹਾਡੇ ਤੁਸੀਂ ਉਹਦੇ ਵਿੱਚ ਤਾਂ ਤੁਰੇ ਜਾ ਰਹੇ ਹੋ, ਪਰ ਉਹਨੂੰ ਦੇਖਣ ਵਾਲੀ ਜਿੱਦਣ ਅੱਖ ਬਣ ਗਈ ਫਿਰ ਤੇ ਤੁਸੀਂ ਘਰੇ ਜਾ ਕੇ ਉਵੇਂ ਕਰੋਗੇ ਤੇ ਤੁਸੀਂ ਕਹੋਗੇ ਮਾਲਕ ਤੂੰ ਇੱਥੇ ਵੀ ਹੈ, ਕਿੱਥੇ ਨਹੀਂ ਹੈਗਾ ਉਹ, ਜਰੇ ਜਰੇ ਵਿੱਚ ਕਣ ਕਣ ਵਿੱਚ ਉਹ ਹੈਗਾ। ਫਿਰ ਕਹਾਂਗੇ ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਵੀ ਹੁਣ ਸ਼ੰਕਾ ਜਿਹੜੀ ਉਹ ਭੱਜ ਗਈ। ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ, ਵੀ ਮੈਂ ਉਸ ਮਾਲਕ ਨੂੰ ਹੁਣ ਹਰ ਜਗ੍ਹਾ 'ਤੇ ਦੇਖ ਲਿਆ। ਹੁਣ ਗੁਰਮੁਖ ਪਿਆਰਿਓ, ਜੇ ਹੁਣ ਆਪਾਂ ਹਜੇ ਤੱਕ ਦੇਖਿਆ ਨਹੀਂ ਤੇ ਕਮੀ ਕੀ ਰਹਿ ਗਈ, ਘਾਟ ਕਿੱਥੇ ਰਹਿ ਗਈ? ਘਾਟ ਇੱਥੇ ਰਹਿ ਗਈ ਕਿ ਇਹ ਦਿਨ ਤੇ ਰਾਤ ਦਾ ਖੇਲ ਬਣਾਇਆ ਮਾਲਕ ਨੇ, ਜਿਹਨੂੰ ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ, ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ। ਹੁਣ ਆਪਾਂ ਦਿਨੇ ਇੱਥੇ ਆ ਜਾਂਦੇ ਹਾਂ, ਕਿੱਥੇ ਆ ਜਾਂਦੇ ਹਾਂ? ਸਰੀਰ ਵਿੱਚ। ਜਦੋਂ ਅਸੀਂ ਸਰੀਰ ਵਿੱਚ ਆਉਂਦੇ ਹਾਂ, ਇੱਥੇ ਕਾਲ ਦਾ ਖੇਡ ਸ਼ੁਰੂ ਹੋ ਜਾਂਦਾ। ਇਹ ਕਾਲ ਦਾ ਇਲਾਕਾ। ਸ਼ਾਮ ਜਿੰਨੀ ਦੇਰ ਅਸੀਂ ਸੌਂਦੇ ਨਹੀਂ ਉਨੀ ਦੇਰ ਅਸੀਂ ਇੱਥੇ ਰਹਿੰਦੇ ਹਾਂ, ਜਿੰਨੀ ਦੇਰ ਅਸੀਂ ਸੌਂਦੇ ਨਹੀਂ ਉਨੀ ਦੇਰ ਸਾਡਾ ਮਨ ਇੱਥੇ ਰਹਿੰਦਾ। ਆਹ ਜਿਹੜਾ ਇਲਾਕਾ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹ ਕਾਲ ਦਾ ਇਲਾਕਾ ਹੈ। ਇਹ ਜਿਹੜਾ ਇਲਾਕਾ ਹੈ ਇਹ ਵਿਚਾਰਾਂ ਦਾ ਇਲਾਕਾ ਹੈ। ਕਿਹਦਾ ਇਲਾਕਾ ਜੀ? ਵਿਚਾਰਾਂ ਦਾ ਇਲਾਕਾ। ਵਿਚਾਰ ਮੀਨਜ਼ ਫੁਰਨੇ, ਖਿਆਲ, ਸੋਚਾਂ। ਕਿਸੇ ਨੂੰ ਕੋਈ ਵਿਚਾਰ ਆ ਰਹੇ ਨੇ, ਕਿਸੇ ਨੂੰ ਟੈਨਸ਼ਨ ਪਈ ਆ ਉਹ ਟੈਨਸ਼ਨ ਵਿੱਚ ਆ, ਕਿਸੇ ਦਾ ਕੋਈ ਕੰਮ ਹੋ ਗਿਆ ਉਹ ਖੁਸ਼ੀ 'ਚ ਹੀ ਵਿਚਾਰ ਲਈ ਜਾ ਰਿਹਾ, ਉਹ ਘੜਦਾ ਘੜੀ ਜਾ ਰਿਹਾ। ਬਈ ਇਹ ਇਲਾਕਾ ਫੁਰਨਿਆਂ ਦਾ ਹੈ। ਸਵੇਰੇ ਜਦੋਂ ਨੀਂਦ ਖੁੱਲ੍ਹਦੀ ਹੈ, ਅਸੀਂ ਨੀਂਦ 'ਚੋਂ ਬਾਹਰ ਆਉਂਦੇ ਹਾਂ, ਸਰੀਰ ਨਾਲ ਸਾਡੇ ਮਨ ਦਾ ਸੰਪਰਕ ਹੁੰਦਾ ਹੈ, ਉਦੋਂ ਸਾਡਾ ਮਨ ਇਸ ਇਲਾਕੇ ਵਿੱਚ ਆ ਜਾਂਦਾ। ਇਸ ਇਲਾਕੇ ਦੇ ਵਿੱਚ ਜਦੋਂ ਆਉਂਦਾ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਵਿਚਾਰ ਲੈਂਦਾ? ਰਜੋਗੁਣੀ ਵਿਚਾਰ ਲੈਂਦਾ। ਕਿਹੜੇ ਵਿਚਾਰ ਲੈਂਦਾ ਜੀ? ਰਜੋਗੁਣੀ। ਰਜੋਗੁਣ ਦੇ ਵਿੱਚ ਆਉਂਦਾ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਫਿਕਰ, ਸੈਂਸੇ, ਘਰ ਗ੍ਰਸਥ ਦੇ ਵਿਚਾਰ ਇਹ ਲੈਂਦਾ। ਸੋਚਦਾ ਪਰਿਵਾਰ ਬਾਰੇ, ਫੈਮਿਲੀ ਬਾਰੇ, ਬੱਚਿਆਂ ਬਾਰੇ, ਇਸ ਤਰ੍ਹਾਂ ਦੇ ਖਿਆਲ ਸੋਚਾਂ ਆਉਂਦੀਆਂ ਨੇ। ਦੇਖੋ ਮਾਲਕ ਨੇ ਇਹਨਾਂ ਨੂੰ ਅਵਗੁਣ ਨਹੀਂ ਕਿਹਾ, ਇਹਨਾਂ ਨੂੰ ਗੁਣ ਕਿਹਾ ਹੈ। ਕੀ ਕਿਹਾ ਜੀ? ਰਜੋ ਗੁਣ ਤਮੋ ਗੁਣ ਸਤੋ ਗੁਣ। ਹੁਣ ਜਦੋਂ ਹਰ ਇੱਕ ਦਾ ਮਨ ਚਾਹੇ ਕੋਈ ਭਗਤੀ ਕਰਦਾ, ਉਹਨੂੰ ਗੁਰਮੁਖ ਕਹਿੰਦੇ ਨੇ, ਜਿਹਨੂੰ ਨਾਮ ਸੁਣਦਾ, ਅਤੇ ਜਿਹਨੂੰ ਨਾਮ ਨਹੀਂ ਸੁਣਦਾ, ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ, ਉਹਨੂੰ ਮਨਮੁਖ ਕਹਿੰਦੇ ਨੇ। ਹਰ ਇੱਕ ਦੇ ਮਨ ਨੇ ਸਵੇਰੇ ਇੱਥੇ ਆਉਣਾ ਰਜੋਗੁਣ 'ਤੇ। ਰਜੋਗੁਣ 'ਤੇ ਆ ਕੇ ਅਸੀਂ ਕੀ ਕਰਦੇ ਹਾਂ? ਸਭ ਤੋਂ ਪਹਿਲਾਂ ਉੱਠਣ ਸਾਰ ਰਜੋਗੁਣ 'ਤੇ ਆਉਂਦੇ ਹਾਂ, ਮੂੰਹ ਧੋਂਦੇ ਹਾਂ, ਬਾਥਰੂਮ ਜਾਂਦੇ ਹਾਂ, ਹੈ ਨਾ, ਚਾਹ ਪਾਣੀ ਪੀਂਦੇ ਹਾਂ। ਇਹ ਸਾਰੇ ਕੰਮ ਕਿਹੜੇ ਨੇ? ਰਜੋਗੁਣੀ। ਇਹ ਕਿਹੜੇ ਨੇ ਜੀ? ਸਾਰੇ ਰਜੋਗੁਣੀ ਵਿਚਾਰ ਨੇ। ਇਸ ਤੋਂ ਬਾਅਦ ਫਿਰ ਮਨ ਜਾਂਦਾ ਕਈ ਵਾਰੀ ਤਮੋ ਗੁਣ 'ਤੇ, ਕਈ ਵਾਰੀ ਕਿੱਥੇ ਜਾਂਦਾ ਜੀ? ਬਹੁ ਗਿਣਤੀ ਤਮੋ ਗੁਣ 'ਤੇ ਵਿੱਚ ਮਨ ਜਾਂਦਾ ਹੈ। ਜਦੋਂ ਤੁਸੀਂ ਜੋਬ ਕਰਦੇ ਹੋ ਤਾਂ ਉੱਥੇ ਇਕੱਠੇ ਹੁੰਦੇ ਹੋ, ਦੋਸਤ ਮਿੱਤਰ ਇਕੱਠੇ ਹੋ ਜਾਂਦੇ ਹੋ ਅਤੇ ਵਿਚਾਰਾਂ ਉਹੋ ਜਿਹੀਆਂ ਚੱਲ ਪੈਂਦੀਆਂ ਨੇ। ਮੈਂ ਦੱਸ ਦਿੰਦਾ ਤਮੋ ਗੁਣ 'ਤੇ ਵਿਚਾਰ ਕਿਹੜੇ ਚੱਲਦੇ ਨੇ। ਰਜੋਗੁਣ 'ਤੇ ਪਤਾ ਲੱਗ ਗਿਆ ਜੀ, ਆਸ਼ਾ, ਅਭਿਲਾਸ਼ਾ, ਫਿਕਰ, ਸੈਂਸੇ, ਘਰ ਗ੍ਰਸਥ, ਇਹ ਵਿਚਾਰ ਚੱਲਦੇ ਨੇ। ਤਮੋ ਗੁਣ 'ਤੇ ਵਿਚਾਰ ਚੱਲਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਨਫ਼ਰਤ ਦੇ, ਘਿਰਨਾ ਦੇ ਵਿਚਾਰ ਚੱਲਦੇ ਨੇ। ਤੁਸੀਂ ਬਿਜ਼ਨਸ ਕਰਦੇ ਹੋ, ਦੁਕਾਨ ਖੋਲ੍ਹ ਲਈ, ਆਂਢੀ ਗੁਆਂਢੀ ਦੁਕਾਨਾਂ ਵਾਲੇ ਆ ਗਏ, ਚੱਲ ਪਈਆਂ ਗੱਲਾਂ। ਖੇਤੀਬਾੜੀ ਕਰਦੇ ਹੋ, ਉੱਥੇ ਦੋਸਤ ਮਿੱਤਰ ਇਕੱਠੇ ਹੋ ਗਏ, ਚੱਲ ਪਈਆਂ ਗੱਲਾਂ। ਉਹ ਫਿਰ ਤਮੋਗੁਣੀ ਵਿਚਾਰ ਚੱਲ ਪੈਂਦੇ ਨੇ। ਫੁਰਨੇ ਵਿਚਾਰ, ਗੱਲਾਂ ਬਾਤਾਂ, ਅੰਦਰ ਫੁਰਨਾ ਫੁਰਦਾ ਪਹਿਲਾਂ, ਫਿਰ ਉਹਨੂੰ ਆਪਾਂ ਰਸਨਾ 'ਤੇ ਲਿਆਉਂਦੇ ਹਾਂ, ਬਾਹਰ ਕੱਢਦੇ ਹਾਂ ਬੋਲ ਕੇ। ਫਿਰ ਉਸ ਤੋਂ ਬਾਅਦ ਕਿਤੇ ਕਿਤੇ ਮਨ ਵਿੱਚ ਆਉਂਦਾ ਯਾਰ ਸਾਰੀ ਜ਼ਿੰਦਗੀ ਨਿਕਲਦੀ ਜਾ ਰਹੀ ਹੈ, ਕਿਤੇ ਸੱਚ ਹੀ ਬੋਲ ਲਿਆ ਕਰੀਏ, ਹੁਣ ਤੱਕ ਝੂਠ ਹੀ ਬੋਲਦੇ ਆ ਰਹੇ। ਕਿਤੇ ਨਾ ਕਿਤੇ ਵੀ ਮਨ ਵਿੱਚ ਖਿਆਲ ਆਉਂਦੇ ਨੇ, ਉਹਨੂੰ ਕਹਿੰਦੇ ਨੇ ਸਤੋਗੁਣੀ। ਉਹਨੂੰ ਕੀ ਕਹਿੰਦੇ ਆ? ਸਤੋਗੁਣ। ਇਹਦੇ ਵਿੱਚ ਵਿਚਾਰ ਆਉਂਦੇ ਨੇ ਸਬਰ, ਸੰਤੋਖ, ਸਹਿਣਸ਼ੀਲਤਾ, ਜਸਤ, ਨਿਮਰਤਾ, ਦਇਆ, ਖਿਮਾ ਕਰ ਦੇਣਾ, ਦਇਆ ਆ ਜਾਣੀ ਕਿਸੇ 'ਤੇ, ਮਾफ़ ਕਰ ਦੇਣਾ ਕਿਸੇ ਨੂੰ। ਅੱਛੇ ਵਿਚਾਰ ਆਉਂਦੇ ਨੇ, ਚਲੋ ਕੋਈ ਗੱਲ ਨਹੀਂ, ਗਲਤੀ ਹੋ ਗਈ, ਕੋਈ ਗੱਲ ਨਹੀਂ, ਇਹਨੇ ਪੈਸੇ ਚੋਰੀ ਚੱਕ ਲਏ, ਕੋਈ ਗੱਲ ਨਹੀਂ, ਗਾਂਹ ਤੋਂ ਨਾ ਕਾਕਾ ਚੱਕੀ, ਹੈ ਨਾ, ਗਾਂਹ ਤੋਂ ਨਾ ਕਰੀ। ਇਸ ਤਰ੍ਹਾਂ ਦੀ ਸੋਚ ਰੱਖਦਾ ਜਿਹੜਾ ਮਾफ़ ਕਰ ਦਿੰਦਾ, ਕੋਈ ਗੱਲ ਨਹੀਂ, ਉਹਨੂੰ ਸਤੋਗੁਣੀ ਇਨਸਾਨ ਕਹਿੰਦੇ ਨੇ। ਸਤੋਗੁਣੀ ਇਨਸਾਨ ਦੁਨੀਆ 'ਤੇ ਬਿਰਲੇ ਹੀ ਰਹਿ ਗਏ।
बहुत विरले रह गए, क्योंकि समा बड़ा भयानक है। कलयुग का समा, सतयुग त्रेता द्वापर कलयुग भयानक समा चलता है, काल का बड़ा जोर है। इत्थे आन के विचारां का टकराव हो जाता है। बड़ा पवित्र रिश्ता होंदा पति पत्नी का, उन्हां दे विच भी दराड़ पैदा कर दिंदा कौन? काल। कौन करदा? काल। ते काल ने इस इलाके दे विच फुरनिਆਂ ਦੇ ਵਿੱਚ ਪਾਉਣ वास्ते बड़े तगड़े योधे रखे हुए ने। वो बलवान ने, महाबली किया गया गुरबाणी ਵਿੱਚ ਉਹਨਾਂ ਨੂੰ। जे बलवान ने तो साडे ते हावी हो जाते हैं। वो ਜਿਹੜੇ योधे ने उन्हां दा नाम गुरबाणी ਵਿੱਚ दस्सिया गया, दूत भी किया गया उन्होंने। उन्होंने कहा गया काम, क्रोध, लोभ, मोह, हंकार, इस तरह के विचार जोड़े ने इत्थे घूमी जाते हैं। आ देखो, लोभ मीनज लालच है ना, मोह प्यार, माया का मोह आ जाता, हंकार हौमे आ जाती है, गुस्सा आ जाता है, तो कामी विचार चलते हैं। ये पंजे जाने सूखम ने। ये की ने जी? पंजे जाने सूखम ने। साडा मन भी सूखम, धर्म राय भी सूखम, चित्रगुप्त भी सूखम, काल भी सूखम, तो अकाल पुरख वाहिगुरू जी वो भी सूखम। उन्होंने बारे दस्या गया, हर जी सूखम अगम है, हर जी सूखम अगम है, कित बिद मिलिया जाए, भी किहड़ी विधि नाल इस मालक नूं मिलिया जाए जिहड़ा सूखम है। तो असीं क्यों नहीं मिल सके? जदों असीं इत्थे आ जाने आ, विचारां दे विच पै जाने आ, शरीर विच आके जदों सवेरे शरीर विच आउने आ, जदों आपां सवेरे उठदे आ, चाह पानी बनाउने आ, फर्स्ट चाह पानी जिहड़ा पहला आपां कोई दुੱਧ पींदा, कोई चाह पींदा, कोई पानी पींदा खाली पेट, उदों आपां शरीर विच आ जाने आ। वैसे तो उदों पहले ही आए हुंदे आ, थोड़ी देर पहलां, फिर उठदे आ। इस तरह के विचारां दे इलाके दे विच जदों साडा मन आउंदा है, इत्थे किस तरह के विचार लैंदे आ। कई बारी लड़ाई झगड़े दे शुरू हो जाते हैं, हाँ जी, कई बारी मकान बनाउण दे शुरू हो जाते हैं, कई बारी बेईमानी दे शुरू हो जाते हैं। चलो कोई गल नहीं, किहड़ा किसी नूं पता नहीं, जिंदा हक बनदा उहनूं दिओ भाई, जिंदी चीज़ डिग्गी आपे चक लेगा, आपां क्यों चक्कीओ कि मेरी है नहीं, मैं क्यों चक्कां? ठीक नहीं? इस तरह की सोच आपां रखांगे तो फिर असीं सतोगुणी हो जाएंगे। फिर की हो जाएंगे? सतोगुणी। जिहड़ा सतोगुणी होना है, ये मालक नूं मिलण वास्ते तुसीं ये समझ लेना भी पहला कदम ये समझ लेना कि चरा पौड़ी लगी हुई है, भी पहले टंबे ते मैं पैर धर लिया। जे तुहाडे मन विच विचार अच्छे आउण लग गए, जासत रहन लगा, सहनशीलता रहन लगी, सबर संतोख रहन लगा, दया आउण लगी, खिमा करन दी पावर आउण लगी, तो समझ लेना तुसीं मालक नूं मिलण वास्ते पहले टंबे ते पैर धर लिया। इहनूं संतां दा मार्ग कहंदे ने। संत का मार्ग धर्म की पौड़ी को वड भागी पाए, कोई विरले वड्डे भागां वाला करोड़ां मगर एक इस रस्ते ते चलदा, नहीं तो झूठ तूफान इत्थों तक कि जे मैनूं लोड़ पै जाए भी मेरा बच्चे च गलती होवे तो मैं कहां मैं आपदे बच्चे की गलती लुका लवां, दूसरे दे बच्चे च कढ़ देवां, फिर मैं सतोगुणी नहीं हाँ, फिर मैं गुरमुख नहीं हाँ। गुरमुख तां जे मेरे बच्चे ने गलती की है तो मैं ठोक के कहां जी मेरे बच्चे ने गलती की, उन्होंने कहते हैं। दूसरे के बच्चे नूं सही साबित कर दो जो सच्चा है, तो जो झूठा है फिर उन्होंने झूठा साबित करो। जे आपदा बच्चा सच्चा तो उन्होंने सच्चा कहो, जो झूठा तो झूठा कहो। इत्थों तक साडे 'च जुरत होनी चाहिए है, इत्थों तक साडे विच मालक वल्लों पावर होनी चाहिए है, पर आपां कमज़ोर हो गए। किस इलाके विच? इस इलाके दे विच असीं साथ लिया इन्हां पंजां दा साथ लिया, तो इन्हां ने की कीता, सारी दुनिया ते झगड़े शुरू करा दिते। कहो कबीर पांचों का झगड़ा, झगड़त जन्म गवाया। झगड़ियां दे विच लै पै के असीं हीरे जैसा जन्म कौडी बदले जाए, कौडी दे बदले साडा ये जन्म जा रहा है लड़ाइयां झगड़ियां 'च। हुण तुसीं एक गल सोचो भी ये नहीं कि आपां घर दे विच आ, ਜਿਹੜੇ कोई लीडर बने हुए ने ਅੱਡੋ ਅੱਡੀ ਕੰਟਰੀਆਂ ਦੇ, ਉਹ ਵੀ ਇਨਸਾਨ ਹੀ ਆ, ਉਹ ਵੀ ਆਪਣੇ ਵਰਗੇ ਹੀ ਆ ਨਾ, ਆਪਣੇ 'ਚ ਉੱਠ ਕੇ ਬਣੇ। ਤੇ ਉਹਨਾਂ ਦੇ ਵਿੱਚ ਵੀ ਜੇ ਪੰਜਾਂ ਦਾ ਜ਼ੋਰ ਆ ਤਾਂ ਉਹ ਝਗੜੇ ਕਰਾਉਂਦੇ ਨੇ ਦੇਸ਼ਾਂ ਦੇ। ਕਿਹਨਾਂ ਦੇ ਝਗੜੇ ਕਰਾ ਦਿੰਦੇ ਜੀ? ਕੰਟਰੀਆਂ ਦੇ ਝਗੜੇ ਕਰਾ ਦਿੰਦੇ, ਇੱਕ ਦੂਸਰੇ ਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ। ਤੇ ਉਹ ਜੇ ਹੁਣ ਆਪਾਂ ਉਹਦੀ ਬੈਕ 'ਤੇ ਜਾਈਏ, ਝਗੜੇ ਕੌਣ ਕਰਾਉਂਦੇ ਨੇ? ਇਹ ਪੰਜੇ ਜਾਣੇ, ਇਹ ਕਾਮ ਕਰੋ ਲੋਭ ਮੋਹ ਹੰਕਾਰ, ਕਾਲ ਦੇ ਸਰਦਾਰ योधे ये झगड़ा कराउंदे ने। जदों सानूं ये ज्ञान आ गया, सानूं भी ये ज्ञान आ गया
ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਦਾ ਗਿਆਨ ਵਰਲਡ ਦੇ ਉੱਤੇ ਚਲਾ ਗਿਆ। ਮੰਨ ਤਾਂ ਆਪਾਂ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਮੱਥਾ ਵੀ ਟੇਕਦੇ ਹਾਂ, ਪਰ ਗੁਰਬਾਣੀ ਗੁਰੂ ਦੀ ਜਿੱਦਣ ਮੰਨਣ ਲੱਗੇ ਤੇ ਇੱਕ ਦਿਨ ਸਾਰੀ ਦੁਨੀਆ ਮੰਨਣ ਲੱਗੀ, ਸਾਰਾ ਵਰਲਡ ਮੰਨਣ ਲੱਗਾ, ਤੇ ਗੁਰਮੁਖ ਪਿਆਰਿਓ ਲੜਾਈ ਝਗੜੇ ਖਤਮ ਹੋ ਜਾਣਗੇ, ਸਾਰੇ ਦੇਸ਼ਾਂ ਦੇ ਖਤਮ ਹੋ ਜਾਣਗੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਆਪਣੇ ਇਕੱਲਿਆਂ ਦੇ ਨਹੀਂ, ਇਹ ਸਾਰੀ ਦੁਨੀਆ ਦੇ ਨੇ, ਸਾਰੀ ਮਾਨਵਤਾ ਦੇ ਨੇ। ਇਹ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੈ ਬਾਹਰਾ ਜੀਓ। ਜਦੋਂ ਤੁਸੀਂ ਮਾਲਕ ਨੂੰ ਮਿਲ ਲਓਗੇ ਤੁਹਾਨੂੰ ਐਂ ਲੱਗੇਗਾ ਸਾਰੀ ਦੁਨੀਆ ਹੀ ਆਪਣੀ ਆ। ਤੁਹਾਡੇ ਮਨ 'ਚ ਨਫ਼ਰਤ ਨਹੀਂ ਆਏਗੀ ਕਦੀ ਵੀ ਕਿਸੇ ਦੇ ਪ੍ਰਤੀ, ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ, ਸਾਰੇ ਕੀ ਸਮਝੋਗੇ? ਸਾਰੇ ਮਾਲਕ ਦੇ ਬੱਚੇ ਆ। ਕੀ ਸਮਝੋਗੇ ਫਿਰ? ਜਦੋਂ ਤੁਸੀਂ ਇਸ ਮਾਲਕ ਨਾਲ ਮਿਲਾਪ ਕਰ ਲਿਆ ਤੁਹਾਨੂੰ ਸਾਰੇ ਹੀ ਬੱਚੇ ਮਾਲਕ ਦੇ ਨਜ਼ਰ ਆਉਣਗੇ। ਲੜਾਈਆਂ ਝਗੜੇ ਖਤਮ ਹੋ ਜਾਣਗੇ, ਵੀ ਮੈਂ ਵੀ ਬੱਚਾ ਮਾਲਕ ਦਾ, ਤੂੰ ਵੀ ਬੱਚਾ, ਕਿਹੜੀ ਗੱਲੋਂ ਲੜਦੇ ਆ। ਨਫ਼ਰਤ ਖਤਮ ਹੋ ਜਾਏਗੀ। ਪਵਿੱਤਰ ਰਿਸ਼ਤੇ ਜਿਹੜੇ ਨੇ ਲੋਕ ਇਹਨਾਂ ਨੂੰ ਐਨ ਬੜੇ ਸੁਚੱਜੇ ਢੰਗ ਦੇ ਨਾਲ, ਬੜੇ ਸੋਹਣੇ ਤਰ੍ਹਾਂ ਢੰਗ ਦੇ ਨਾਲ ਇਹ ਪਰਿਵਾਰ ਦਾ ਨਿਰਵਾਹ ਕਰਨਗੇ। ਨਹੀਂ ਤਾਂ ਹਰ ਇੱਕ ਘਰ ਦੇ ਵਿੱਚ ਕਲੇਸ਼ ਪੈ ਰਿਹਾ। ਮੈਂ ਤਾਂ ਇੱਥੋਂ ਤੱਕ ਵੀ ਕਹਿਣਾ, ਜੇ 2 ਜੀਅ ਰਹਿ ਰਹੇ ਨੇ ਘਰੇ, ਕੋਈ ਤੀਸਰਾ ਜੀਅ ਨਹੀਂ ਹੈਗਾ, ਉਹਨਾਂ ਦਾ ਕਾਹਦਾ ਝਗੜਾ? ਉਹ ਵੀ ਝਗੜਾ ਕਰਦੇ ਨੇ, ਉਹਨਾਂ ਦੀ ਖਾਤਰ ਵੀ ਪੰਚਾਇਤਾਂ ਹੋ ਜਾਂਦੀਆਂ ਨੇ। ਮੰਨਿਆ ਵੀ 3 ਹੋ ਗਏ, 2 ਮਾਂ ਪਿਓ ਹੋ ਗਏ, 2 ਪਤੀ ਪਤਨੀ ਹੋ ਗਏ, ਅਤੇ ਮਾਂ ਪਿਓ ਇੱਥੇ ਰਹਿ ਗਏ, ਪਤੀ ਪਤਨੀ ਬਾਹਰ ਚਲੇ ਗਏ, ਅਤੇ ਉਹ ਕਿਉਂ ਲੜਦੇ ਨੇ? ਕਿਉਂਕਿ ਜ਼ੋਰ ਇਹਨਾਂ ਦਾ ਹੈ, ਕਲਯੁੱਗ ਦੇ ਵਿੱਚ ਜ਼ੋਰ ਇਹਨਾਂ ਦਾ। ਇਹਨਾਂ ਨੇ ਸਾਡੇ ਜਨਮ ਨੂੰ ਵਿਅਰਥ ਗਵਾਉਣਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਵੀ ਸਾਡਾ ਜਿਹੜਾ ਸਰਦਾਰ ਹੈ ਕਾਲ, ਉਹ ਖੇਡ ਜਿੱਤ ਕੇ ਜਾਵੇ ਅਤੇ ਉਹਨੂੰ ਸ਼ਾਬਾਸ਼ੀ ਮਿਲੇ। ਅਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਹਾਂ, ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਹ ਸਾਨੂੰ ਗੁਰੂ ਗਿਆਨ ਦਿੰਦਾ ਹੈ ਕਿ ਤੁਸੀਂ ਹਾਰ ਰਹੇ ਸੀ, ਹੁਣ ਮੌਕਾ, ਤੁਸੀਂ ਜਿੱਤ ਜਾਓ। ਅਤੇ ਜਿੱਤਣ ਵਾਸਤੇ ਸੰਗਤ ਕਰਨੀ ਪਏਗੀ। ਸੰਗਤ ਵੀ ਕਿਹੜੀ ਕਰਨੀ ਪਏਗੀ? ਇਹ ਫੈਸਲਾ ਤੁਹਾਨੂੰ ਲੈਣਾ ਪਏਗਾ। ਤੁਸੀਂ ਮੇਰੇ ਕਹਿਣ 'ਤੇ ਫੈਸਲਾ ਨਹੀਂ ਲੈਣਾ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਮਿਲਾ ਕੇ ਫੈਸਲਾ ਲੈਣਾ ਵੀ ਸੰਗਤ ਕਿਹੜੀ ਕਰਨੀ ਹੈ। ਅਤੇ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਉਹ ਕਰੋ। ਕਿਹੜੀ ਕਰੋ? ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਨੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਦਿਓ। ਜਿਸ ਸੰਗਤ ਦੇ ਵਿੱਚ ਨਾਮ ਦੀ ਗੱਲ ਚੱਲੇ, ਨਾਮ ਦਾ ਭੇਦ ਦਿੱਤਾ ਜਾਵੇ, ਨਾਮ ਨਾ ਦਿੱਤਾ ਜਾਵੇ, ਨਾਮ ਦਾ ਭੇਦ ਦਿੱਤਾ ਜਾਵੇ। ਨਾਮ ਤਾਂ ਖੁਦ ਮਾਲਕ ਨੇ ਦੇਣਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬਡਭਾਗੀ ਹੈ। ਅਤੇ ਉਹ ਨਾਮ ਤੁਹਾਡੇ ਸਾਰਿਆਂ ਦੇ ਅੰਦਰ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਉਹ ਨਾਮ ਪਹਿਲਾਂ ਨਹੀਂ ਸੀ ਸੁਣਦਾ। ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ, ਮਾਲਕ ਵਸਦਾ ਵਿੱਚ, ਸੰਗਤ ਹਰ ਪ੍ਰਭ ਵਸੇ ਜੀਓ। ਜਦੋਂ ਮਾਲਕ ਵਸਦਾ, ਉਹ ਦੇਖਦਾ ਕਿ ਆਹ ਬੱਚਾ ਹੁਣ ਅੱਗੇ ਨਾਲੋਂ ਨਿਰਮਲ ਹੋ ਰਿਹਾ, ਆਹ ਬੱਚਾ ਹੁਣ ਅੱਗੇ ਨਾਲੋਂ ਮੈਲ ਰਹਿ ਰਹੀ ਹੈ ਫੁਰਨਿਆਂ ਦੇ ਵਿਚਾਰਾਂ ਦੀ, ਅਤੇ ਉਹਨੂੰ ਫਿਰ ਉਹ ਨਾਮ ਸੁਣਾ ਦਿੰਦਾ। ਉਹ ਜਦੋਂ ਸੁਣਾ ਦਿੰਦਾ, ਨਾਮ ਉਹਦੇ ਅੰਦਰ ਪਹਿਲਾਂ ਹੀ ਹੁੰਦਾ, ਲੇਕਿਨ ਉਹ ਗੁਪਤ ਹੋਇਆ ਹੁੰਦਾ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਿਹਾ, ਨਾਮ ਰਤਨ ਤੈਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਉਹ ਪ੍ਰਗਟ ਹੋ ਜਾਂਦਾ ਗੁਪਤ ਨਾਮ ਜਿਹੜਾ ਸੀ, ਅਤੇ ਉਹ ਜਦੋਂ ਪ੍ਰਗਟ ਹੋ ਜਾਂਦਾ ਅਤੇ ਉਹ ਸੁਣਨ ਲੱਗ ਜਾਂਦੀ ਆਵਾਜ਼, ਕੰਨਾਂ ਦੇ ਵਿੱਚ ਧੁਨਕਾਰਾਂ ਪੈਂਦੀਆਂ ਨੇ, ਅਤੇ ਉਹ ਨਾਮ ਪ੍ਰਗਟ ਹੋ ਜਾਂਦਾ, ਸੁਣਨ ਲੱਗ ਜਾਂਦਾ। ਫਿਰ ਸੁਣ ਕੇ ਸਾਡੇ ਮਨ ਨੇ ਨਾਮ ਦੇ ਵਿੱਚ ਸਮਾਉਣਾ ਹੁੰਦਾ। ਜਦੋਂ ਸਾਡਾ ਮਨ ਮਾਲਕ ਦਾ ਬੱਚਾ, ਹਰੀ ਦਾ ਜਨ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਉਹ ਜਨ ਨਾਮ ਨੂੰ ਸੁਣ ਕੇ ਨਾਮ ਵਿੱਚ ਸਮਾ ਜਾਂਦਾ। ਹਰ ਜਨ ਮੇਨ ਜੀ ਮਨ ਬੱਚਾ, ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ ਖੰਡ ਬ੍ਰਹਮੰਡਾ ਹੈ। ਉਹ ਇਸ ਮਾਲਕ ਨੂੰ, ਅਬਨਾਸੀ ਨੂੰ, ਪੁਰਖ ਨੂੰ, ਪਰਮੇਸ਼ਰ ਨੂੰ ਮਿਲੇਗਾ ਕਿਹਦੇ ਵਿੱਚ ਸਮਾ ਕੇ? ਨਾਮ ਦੇ ਵਿੱਚ ਸਮਾ ਕੇ। ਅਤੇ ਉਹ ਧੁਨ ਸੁਣਨ ਲੱਗੀ, ਤੁਸੀਂ ਉਸ ਧੁਨ ਨੂੰ ਸੁਣਨਾ। ਕੰਮ ਕਰਦਿਆਂ ਸੁਣਦੀ ਹੈ ਤਾਂ ਉਦੋਂ ਸੁਣਨਾ ਸ਼ੁਰੂ ਕਰ ਦਿਓ, ਬੈਠਿਆਂ ਨੂੰ ਸੁਣਦੀ ਹੈ ਅਤੇ ਉਦੋਂ ਸੁਣੋ। ਉਹ ਵੈਸੇ ਤਾਂ ਉਹ ਲਗਾਤਾਰ ਹੀ ਚੱਲੀ ਜਾ ਰਹੀ ਹੈ। ਤੁਹਾਡਾ ਪਿਆਰ ਪੈ ਗਿਆ ਅਤੇ ਉਹਨੇ ਵਿਸਰਨਾ ਹੀ ਨਹੀਂ, ਤੁਸੀਂ ਸੁਣੀ ਜਾਣਾ। ਇੱਕ ਦਿਨ ਉਹਦੇ 'ਚ ਤੁਸੀਂ ਸਮਾ ਜਾਓਗੇ ਅਤੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਜਾਓਗੇ। ਮਾਲਕ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਲਏਗਾ। ਅਤੇ ਹੁਣ ਗੁਰਮੁਖ ਪਿਆਰਿਓ, ਇਸ ਇਲਾਕੇ ਦਾ ਭੇਦ ਨਾ ਹੋਣ ਕਰਕੇ ਅਸੀਂ ਇਸ ਸੰਸਾਰ ਨੂੰ, ਆਹ ਜਿਹੜੇ ਪਰਿਵਾਰ ਨੇ, ਇਹਨਾਂ ਨੂੰ ਹੀ ਸਾਰਾ ਕੁਝ ਮੰਨ ਲਿਆ। ਇਹ ਤਾਂ ਸਾਡੀਆਂ ਜ਼ਿੰਮੇਵਾਰੀਆਂ ਨੇ। ਇਹ ਕੀ ਹੈ ਜੀ? ਸਾਡੇ ਦਾਦਾ ਦਾਦੀ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਚਲੇ ਗਏ। ਇੱਕ ਦਿਨ ਆਪਾਂ ਵੀ ਚਲੇ ਜਾਣਾ, ਆਪਾਂ ਵੀ ਦਾਦੇ ਬਣ ਜਾਣਾ ਅਤੇ ਦਾਦੀਆਂ ਬਣ ਜਾਣਾ, ਚਲੇ ਜਾਣਾ। ਗਾਂਹ ਸਾਡੇ ਬੱਚਿਆਂ ਨੇ ਵੀ ਬਣ ਜਾਣਾ। ਇਹ ਚੱਲੀ ਜਾਣਾ ਸਿਸਟਮ। ਇਹ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਨਾਲ, ਬੜੀ ਬਾਖੂਬੀ ਦੇ ਨਾਲ ਨਿਭਾਉਂਦਿਆਂ ਹੋਇਆਂ ਤੁਸੀਂ ਮਾਲਕ ਨਾਲ ਜੁੜੇ ਰਹੋ। ਕਹਿੰਦੇ ਨਾਲ ਜੁੜੋ, ਸੰਗਤ ਕਰੋ, ਆਪ ਸੰਗਤ ਕਰਕੇ ਨਾਮ ਦਾ ਭੇਦ ਲਓ।
ਸੱਚ ਦਾ ਭੇਦ ਲਾਓ ਅਤੇ ਘਰੇ ਜਾ ਕੇ ਆਪਦੇ ਬੱਚਿਆਂ ਨੂੰ ਨਾਮ ਦਾ ਅਤੇ ਸੱਚ ਦਾ ਭੇਦ ਦਿਓ। ਚਾਹੇ ਬਜ਼ੁਰਗ ਨੇ ਜਿਹੜੇ ਨਹੀਂ ਆ ਸਕਦੇ, ਉਹਨਾਂ ਨੂੰ ਜਾ ਕੇ, ਘਰ ਦਾ ਫੈਮਿਲੀ ਮੈਂਬਰ ਕੋਈ ਨਹੀਂ ਆ ਸਕਿਆ, ਉਹਨਾਂ ਨੂੰ ਸਮਝਾਓ ਜਾ ਕੇ ਵੀ ਭਾਈ ਆਹ ਨਾਮ ਹੈ, ਆਹ ਮਾਲਕ ਹੈ, ਤੁਸੀਂ ਦੇਖੋ। ਅਤੇ ਉਹ ਅੱਖ ਉਹਨਾਂ ਨੂੰ ਦੱਸ ਦਿਓ ਵੀ ਐਂ ਬਣਦੀ ਹੈ, ਹਾਂਜੀ, ਅਤੇ ਐਂ ਸ਼ਬਦ ਸੁਣਦਾ। ਇੱਥੇ ਜਾ ਕੇ ਸ਼ਬਦ ਸੁਣੇਗਾ। ਉਹ ਸਾਰਾ ਭੇਦ ਫਿਰ ਅਸੀਂ ਆਪਦੇ ਫੈਮਿਲੀ ਮੈਂਬਰਾਂ ਨੂੰ ਵੀ ਦੇਣਾ ਹੁੰਦਾ, ਕਿਉਂਕਿ ਉਹ ਸਾਡੇ ਸਹਿਯੋਗੀ ਹੁੰਦੇ ਨੇ। ਕੀ ਹੁੰਦੇ ਨੇ ਜੀ? ਸਹਿਯੋਗੀ ਹੁੰਦੇ ਨੇ। ਪੂਰਬ ਜਨਮ ਕੇ ਮਿਲੇ ਸਹਿਯੋਗੀ, ਅੰਤੇ ਕੋਈ ਨਾ ਸਹਾਈ। ਅੰਤਮ ਸਮੇਂ ਕੋਈ ਇੱਕ ਦੂਸਰੇ ਦਾ ਸਾਥ ਨਹੀਂ ਦਿੰਦਾ। ਹਾਂ, ਗੁਰਮੁਖ ਦਿੰਦਾ, ਮਨਮੁਖ ਨਹੀਂ ਦਿੰਦਾ। ਕੌਣ ਸਾਥ ਦਿੰਦਾ? ਗੁਰਮੁਖ। ਗੁਰਮੁਖ ਨੂੰ ਪਤਾ ਲੱਗ ਜਾਂਦਾ ਵੀ ਇਹ ਸੰਸਾਰ ਝੂਠ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਇਹ ਸੰਸਾਰ ਨੂੰ ਜਿਹਨੇ ਛੱਡਣਾ ਉਹ ਹੈ ਮਨ, ਅਤੇ ਆਹ ਸਰੀਰ ਛੱਡ ਕੇ ਮਨ ਨੇ ਜਾਣਾ। ਅਤੇ ਉਹ ਫਿਰ ਕੀ ਕਰਦੇ ਨੇ? ਜਿਹੜੇ ਗੁਰਮੁਖ ਹੁੰਦੇ ਨੇ, ਉਹਨਾਂ ਦਾ ਕੋਈ ਸਾਥੀ ਸਰੀਰ ਛੱਡਦਾ, ਉਹ ਕੋਲੇ ਬੈਠ ਕੇ ਮਾਲਕ ਦਾ ਸਿਮਰਨ ਕਰਦੇ ਨੇ। ਫਾਲਤੂ ਦੀਆਂ ਗੱਲਾਂ ਨਹੀਂ ਕਰਦੇ। ਇਹ ਨਹੀਂ ਕਹਿੰਦੇ ਬਾਪੂ ਫਲਾਨਾ ਆ ਗਿਆ, ਪਛਾਣ ਲਾ, ਹਾਂਜੀ, ਨਾ, ਇਹ ਨਹੀਂ। ਉਹ ਕਹਿੰਦੇ ਨਹੀਂ, ਉਹਨਾਂ ਨੂੰ ਪਤਾ ਹੈ ਵੀ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਅਤੇ ਸਾਰੀ ਜ਼ਿੰਦਗੀ ਪਛਾਣਦਾ ਹੀ ਰਿਹਾ ਬਾਪੂ, ਅਤੇ ਹੁਣ ਤਾਂ ਸਾਥ ਦਈਏ ਨਾ ਇਹਦਾ, ਵੀ ਇਹਨੂੰ ਕਹੀਏ ਬਾਪੂ ਮਾਲਕ ਵੱਲ ਧਿਆਨ ਲਾ। ਕਹਿੰਦੇ ਵੱਲ ਲਾ, ਮਾਲਕ ਵਾਲੇ ਪਾਸੇ ਧਿਆਨ ਲਾ। ਅਤੇ ਉਹਦਾ ਮਾਲਕ ਵਾਲੇ ਪਾਸੇ ਧਿਆਨ ਲਵਾਉਣ ਵਾਸਤੇ ਤੁਸੀਂ ਖੁਦ ਉਹਨਾਂ ਕੋਲੇ ਬਹਿ ਕੇ ਸਿਮਰਨ ਕਰੋ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਕਰੋ। ਜਦੋਂ ਤੁਸੀਂ ਕਰੋਗੇ, ਉਹਨਾਂ ਦੇ ਕੰਨ, ਚਾਹੇ ਉਹਨਾਂ ਤੋਂ ਨਾਂ ਵੀ ਬੋਲ ਹੋਵੇ, ਕੰਨ 'ਚ ਆਵਾਜ਼ ਜਾਏਗੀ ਤੁਹਾਡੀ, ਵਾਹ ਗੁਰੂ। ਕਿਤੇ ਨਾ ਕਿਤੇ ਉਹਨਾਂ ਦੀ ਸੁਰਤੀ ਨਾਲ ਜੁੜ ਗਈ, ਅਤੇ ਜਿਹੜੇ ਜੰਮ ਨੇ ਉਹ ਪਿੱਛੇ ਹਟ ਜਾਣਗੇ। ਕਿੰਨਾ ਰਸਤਾ ਸੌਖਾ ਹੋ ਜਾਏਗਾ। ਕੀ ਇਹ ਆਪਾਂ ਕਰ ਨਹੀਂ ਸਕਦੇ? ਇਹਦੇ 'ਤੇ ਕਿਹੜਾ ਡਾਕਟਰ ਬੁਲਾਉਣਾ? ਤੁਸੀਂ ਖੁਦ ਡਾਕਟਰ ਬਣ ਜਾਓ। ਤੁਸੀਂ ਖੁਦ ਅਧਿਆਤਮਿਕ ਗਿਆਨ ਦੇ ਤੁਸੀਂ ਡਾਕਟਰ ਬਣ ਜਾਓ, ਵੈਦ ਬਣ ਜਾਓ। ਜਦੋਂ ਕੋਈ ਇਸ ਤਰ੍ਹਾਂ ਹੁੰਦਾ ਅਤੇ ਉਹਨਾਂ ਦੇ ਕੋਲੇ ਬੈਠ ਕੇ ਸਾਰੀ ਫੈਮਿਲੀ ਸਿਮਰਨ ਕਰੋ। ਜੇ ਤੁਹਾਨੂੰ ਬਾਹਰ ਜਾਣਾ ਪੈਂਦਾ ਤਾਂ ਘਰ ਦੇ ਕਿਸੇ ਮੈਂਬਰ ਨੂੰ ਕਹਿ ਕੇ ਜਾਓ ਵੀ ਬਾਪੂ ਜੀ ਕੋਲੇ, ਬੇਬੇ ਜੀ ਕੋਲੇ ਸਿਮਰਨ ਕਰੋ, ਪੁੱਤ ਬਹਿ ਕੇ ਨਾ ਸਿਮਰਨ ਕਰੋ। ਸਿਮਰਨ ਚੱਲਦਾ ਰਹੇ ਕੋਲੇ, ਅਤੇ ਜਦੋਂ ਸਰੀਰ ਛੱਡਣ ਸਿੱਧੇ ਮਾਲਕ ਕੋਲੇ ਚਲੇ ਜਾਣ। ਇਸ ਤਰ੍ਹਾਂ ਦੀ ਆਪਾਂ ਇੱਕ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਰੂਪ ਰੇਖਾ ਤਿਆਰ ਕਰ ਲਈਏ। ਰੂਪ ਰੇਖਾ, ਬਹੁ ਗਿਣਤੀ ਘਰਾਂ ਦੇ ਵਿੱਚ ਰੂਪ ਰੇਖਾ ਤਿਆਰ ਨਹੀਂ ਕੀਤੀ। ਕਿਸੇ ਦਾ ਪੁੱਤ ਨਹੀਂ ਮੰਨਦਾ, ਕਿਸੇ ਦੀ ਧੀ ਨਹੀਂ ਮੰਨਦੀ, ਕਿਸੇ ਦੀ ਨੂੰਹ ਨਹੀਂ ਮੰਨਦੀ, ਕਿਸੇ ਦਾ ਕੋਈ ਨਹੀਂ ਮੰਨਦਾ, ਕੋਈ ਘਰ ਵਾਲੀ ਨਹੀਂ ਮੰਨਦੀ, ਘਰ ਵਾਲਾ ਨਹੀਂ ਮੰਨਦਾ। ਇੱਕ ਐਸੀ ਰੂਪ ਰੇਖਾ ਬਣਾਓ ਜਿਵੇਂ ਕਾਰੋਬਾਰ ਦੀ ਨਹੀਂ ਬਣਾਉਂਦੇ। ਅੱਡੋ ਅੱਡੀ ਭਰਾਵਾਂ ਦੀ ਡਿਊਟੀ ਲੱਗ ਜਾਂਦੀ ਹੈ, ਤੂੰ ਖੇਤੀ ਕਰਨੀ ਆ, ਤੂੰ ਰਿਸ਼ਤੇਦਾਰੀਆਂ 'ਚ ਜਾਣਾ, ਤੂੰ ਦਫ਼ਤਰੀ ਕੰਮ ਕਰਾਉਣਾ। ਜੇ 3 ਭਰਾ ਨੇ, ਇਸੇ ਤਰ੍ਹਾਂ ਘਰ ਦੇ ਵਿੱਚ ਬਹਿ ਕੇ ਇਤਫਾਕ ਦੇ ਨਾਲ ਇੱਕ ਰੂਪ ਰੇਖਾ ਤਿਆਰ ਕਰੋ ਵੀ ਗੁਰਮੁਖੋ ਆਪਾਂ ਆਏ ਹਾਂ ਥੋੜ੍ਹੇ ਜਿਹੇ ਸਮੇਂ ਲਈ ਇੱਥੇ। ਕਿੰਨੇ ਸਮੇਂ ਲਈ? 10 ਘੰਟੇ ਲਈ। ਕਿੰਨੇ ਸਮੇਂ ਲਈ ਆਉਂਦੇ ਆਪਾਂ? 10। ਕੋਈ ਜ਼ਿਆਦਾ ਜਾਗਦਾ ਰਾਤ ਨੂੰ 12 ਵਜੇ ਸੌਂਦਾ, ਉਹ 12 ਘੰਟੇ ਲਾ ਲਓ। ਜਾਣੀ 10-12 ਘੰਟੇ ਆਪਾਂ ਇੱਥੇ ਰਹਿੰਦੇ ਹਾਂ। ਵੀ ਕਾਹਦੇ ਲੜਾਈ ਝਗੜੇ ਕਰਨੇ ਆ? ਰਾਤ ਪੈ ਜਾਣੀ, ਸਾਰਿਆਂ ਨੇ ਇਲਾਕਾ ਛੱਡ ਜਾਣਾ, ਅਤੇ ਪਤਾ ਨਹੀਂ ਸੁੱਤਿਆਂ ਪਿਆ ਰਹਿ ਜਾਣਾ। ਕਾਹਤੋਂ ਲੜੀਏ, ਕਾਹਤੋਂ ਝਗੜੇ ਕਰੀਏ? ਆਓ ਰੂਪ ਰੇਖਾ ਤਿਆਰ ਕਰੀਏ, ਸਿਮਰਨ ਕਰੀਏ। ਪਹਿਲਾਂ ਉੱਠਣ ਸਾਰ ਮਾਲਕ ਦਾ ਸ਼ੁਕਰੀਆ ਅਦਾ ਕਰੋ। ਸੱਚੇ ਪਾਤਸ਼ਾਹ, ਆਹ ਜਿਹੜਾ ਦੁਨਿਆਵੀ ਪਰਿਵਾਰ ਤੂੰ ਮੈਨੂੰ ਦਿੱਤਾ ਹੈ, ਇਹ ਪਰਿਵਾਰ ਨਾਲੋਂ ਰਾਤ ਅਸੀਂ ਸਾਰੇ ਵਿਛੜ ਗਏ ਸੀ। ਤੁਸੀਂ ਕਿਰਪਾ ਕੀਤੀ, ਸਵਾਸਾਂ ਦੀ ਪੂੰਜੀ ਦਿੱਤੀ, ਮੈਂ ਫਿਰ ਇਸ ਪਰਿਵਾਰ ਨਾਲ ਜੁੜ ਗਿਆ। ਅਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇੱਥੇ ਦੇਖ ਕੇ ਬੁਲਾਓ, ਇੱਥੇ ਮਾਲਕ ਨਾ, ਉਹ ਅੱਖ ਬਣਾ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚਾਹੇ ਬੋਲ ਕੇ ਬੁਲਾ ਦਿਓ, ਚਾਹੇ ਬਿਨ ਬੋਲੇ ਸੁਰਤੀ 'ਚ ਬੁਲਾ ਦਿਓ ਇੱਥੇ। ਲੇਕਿਨ ਜਦੋਂ ਘਰ ਦਾ ਮੈਂਬਰ ਉੱਠਿਆ, ਉਦੋਂ ਬੋਲ ਕੇ ਫਤਿਹ ਬੁਲਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰਮੁਖ ਉੱਠੇ, ਘਰ ਦੀ ਉੱਠੀ, ਘਰ ਵਾਲਾ ਉੱਠਿਆ ਜਾਂ ਬੱਚਾ ਕੋਈ ਉੱਠਿਆ, ਕਹਿਣਾ ਕੀ ਕਹਿਣਾ? ਪੁੱਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਤੇ ਉਹ ਜੇ ਪੁੱਛੇ ਡੈਡੀ ਕਿਉਂ ਰੋਜ਼ ਫਤਿਹ ਬੁਲਾਉਂਦੇ ਹੋ, ਫਿਰ ਤੁਸੀਂ ਗਿਆਨ ਦੇਣਾ ਕਿ ਪੁੱਤ ਇਸ ਲਈ ਬੁਲਾਉਂਦੇ ਆ ਕਿ ਰਾਤ ਆਪਾਂ ਵਿਛੜ ਗਏ ਸੀ, ਸਵੇਰ ਚੜ੍ਹਿਆ ਫਿਰ ਮਿਲ ਗਏ ਹਾਂ, ਇਸ ਕਰਕੇ ਬੁਲਾਉਂਦੇ ਆ। ਕਿਉਂਕਿ ਦਿਨ ਅਤੇ ਰਾਤ ਦਾ ਖੇਡ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਸਾਰਾ ਜਗ, ਸਾਰਾ ਸੰਸਾਰ, ਸਾਰਾ ਜਗਤ ਖੇਡ ਖੇਡਦਾ ਦਿਨ ਅਤੇ ਰਾਤ ਦਾ। ਵੀ ਆਪਾਂ ਪੁੱਤ ਵਿਛੜ ਗਏ ਸੀ, ਹੁਣ ਫਿਰ ਮਿਲੇ ਆ। ਫਿਰ ਸਾਰੇ ਭੋਜਨ ਪਾਣੀ ਬਣਾਉਂਦੇ ਹੋਏ ਸਿਮਰਨ ਕਰੋ। ਕੰਮ ਧੰਦਾ ਨਿਬੜ ਗਿਆ, ਜੇ ਕਿਤੇ ਜਾਣਾ ਤਾਂ ਸਿਮਰਨ ਕਰਕੇ ਚਲੇ ਜਾਓ, ਜੇ ਕਿਤੇ ਨਹੀਂ ਜਾਣਾ ਫਿਰ ਸਿਮਰਨ ਕਰਕੇ ਸੌਂ ਜਾਓ। ਸਿਮਰਨ ਕਰੋ,
ਸਿਮਰਨ ਕਰਦਿਆਂ ਊਂ ਵੀ ਤਾਂ ਪੈਣਾ ਹੀ ਸੀ ਨਾ, ਜਿਵੇਂ 11 ਕੁ ਵਜੇ 11:30 ਵਜੇ ਕੰਮ ਧੰਦੇ ਘਰਾਂ ਦੇ ਨਿਬੜ ਜਾਂਦੇ ਆ। ਸਿਮਰਨ ਕਰਦਿਆਂ ਧੁਨ ਵਿੱਚ ਧਿਆਨ ਧਰਦਿਆਂ ਹੋਇਆਂ ਤੁਹਾਨੂੰ ਨੀਂਦ ਆ ਜੇ ਤਾਂ ਸਮਝੋ ਕਿੱਡੀ ਸੌਖੀ ਭਗਤੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੇ ਦੱਸੀ, ਕਿੰਨੀ ਸੌਖੀ ਭਗਤੀ। ਉਹ ਵਿਚਾਰਾਂ 'ਚ ਨਹੀਂ, ਉਹ ਕਹਿੰਦੇ ਸਿਮਰਨ ਕਰਦੇ ਧੁਨ 'ਚ ਧਿਆਨ ਰੱਖਦੇ ਹੋਏ ਨੀਂਦ ਆਉਂਦੀ ਹੈ ਤਾਂ ਸਮਝੋ ਅਤੇ ਆਪਾਂ ਸੌਣਾ ਹੀ ਹੁੰਦਾ ਨਾ ਜਦੋਂ ਵਿਹਲੇ ਹੋ ਜਾਂਦੇ ਹਾਂ। ਅੱਛਾ, ਫਿਰ ਉਸ ਤੋਂ ਬਾਅਦ ਫਿਰ ਉੱਠੇ, ਫਿਰ ਕੋਈ ਕੰਮ ਯਾਦ ਆ ਗਿਆ, ਦੁਪਹਿਰ ਦਾ ਭੋਜਨ ਤਿਆਰ ਕਰਨਾ ਜਾਂ ਕੋਈ ਜਲ ਪਾਣੀ ਤਿਆਰ ਕਰਨਾ, ਫਿਰ ਕਰੋ, ਫਿਰ ਸਿਮਰਨ ਕਰਦੇ ਕਰਦੇ ਕਰੋ, ਫਿਰ ਇਸੇ ਤਰ੍ਹਾਂ ਸ਼ਾਮ ਦਾ ਕਰੋ। ਜੇ ਪਸ਼ੂ ਵਗੈਰਾ ਦੁੱਧ ਵਾਸਤੇ ਮੱਝਾਂ ਗਾਵਾਂ ਰੱਖੀਆਂ ਉਹਨਾਂ ਵੱਲ ਦੇਖਦੇ ਹੋਏ ਸਿਮਰਨ ਕਰੋ, ਵਾਹ ਗੁਰੂ, ਉਹਨਾਂ ਨੂੰ ਨਵਾਉਂਦੇ ਸਿਮਰਨ ਕਰੋ, ਵਾਹ ਪੱਠੇ ਪਾਉਂਦੇ ਕਰੋ, ਕਿਉਂਕਿ ਉਹ ਵੀ ਸਾਡੇ ਸਹਿਯੋਗੀ ਹੈ। ਉਹ ਵੀ ਕੀ ਨੇ ਜੀ, ਜੇ ਆਪਣੇ ਕਿੱਲੇ 'ਤੇ ਕੋਈ ਜੀਵ ਆ ਗਿਆ ਸਮਝ ਲਓ ਆਪਣਾ ਪੁਰਾਣਾ ਉਹਦੇ ਨਾਲ ਸਹਿਯੋਗ ਆ, ਉਹਨੂੰ ਮਾਰੋ ਕੁੱਟੋ ਨਾ, ਪਿਆਰ ਨਾਲ ਖੁਰਾਕ ਪਾਓ, ਉਹਨਾਂ ਤੋਂ ਜੋ ਚੀਜ਼ ਦੀ ਤੁਹਾਨੂੰ ਲੋੜ ਹੈ ਦੁੱਧ ਦੀ ਉਹ ਲਓ। ਸਹਿਯੋਗੀ ਆਉਂਦਾ, ਉਹ ਦੂਜਾ ਨਹੀਂ ਆਏਗਾ ਕਦੀ। ਕੌਣ ਆਏਗਾ ਜੀ? ਸਹਿਯੋਗੀ ਆਏਗਾ ਜਿਹੜਾ ਆਏਗਾ। ਇਸ ਕਰਕੇ ਆਪਾਂ ਵੀ ਸਹਿਯੋਗੀ ਹਾਂ, ਅਤੇ ਉਹੀ ਸਹਿਯੋਗੀ ਸਾਡਾ ਕਿਸੇ ਹੋਰ ਜੂਨ ਵਿੱਚ ਚਲਾ ਗਿਆ ਅਤੇ ਉਹਨੂੰ ਆਪਾਂ ਸਮਝਣਾ ਹੈ ਵੀ ਇਹ ਸਾਡਾ ਸਹਿਯੋਗੀ ਹੈ। ਕਈ ਵਾਰੀ ਕੋਈ ਆਪਾਂ ਜੀਵ ਡੋਗੀ ਰੱਖ ਲੈਂਦੇ ਘਰ, ਉਹ ਵੀ ਸਾਡਾ ਉਹਨਾਂ ਜਿੰਨੀ ਕੁ ਦੇਰ ਉਹਨੇ ਸਾਡੇ ਨਾਲ ਰਹਿਣਾ ਉਹਨਾਂ ਦੇ ਨਾਲ ਸਹਿਯੋਗ ਹੁੰਦਾ। ਅਤੇ ਇਸ ਕਰਕੇ ਨਫ਼ਰਤ ਨਹੀਂ ਕਰਨੀ, ਮਾਰਨਾ ਨਹੀਂ ਉਹਨੂੰ, ਪਿਆਰ ਨਾਲ ਕਹਿਣਾ ਵਾਹ, ਉਹਦੇ ਵੱਲ ਵੇਖ ਕੇ ਵੀ ਕਰੋ ਵਾਹ ਗੁਰੂ। ਕੋਈ ਫਸਲ ਦੇਖਦੇ ਹੋ, ਐਂ ਦ੍ਰਿਸ਼ਟੀ ਬਣਾ ਕੇ ਦੇਖੋ, ਕਹੋ ਵਾਹ ਗੁਰੂ ਮਹਾਰਾਜ, ਸਾਰੇ ਹੀ ਆ ਤੂੰ, ਹੈ ਨਾ। ਕਿਉਂਕਿ ਸਰਬੱਤ ਦਾ ਭਲਾ ਹੋਵੇ। ਸਰਬੱਤ ਦੇ ਭਲੇ ਵਿੱਚ ਕੀ ਕੁਛ ਆਉਂਦਾ ਜੀ? ਚਾਰੇ ਖਾਣੀਆਂ ਆਉਂਦੀਆਂ ਨੇ, ਅੰਡਜ ਜੀਰਜ ਸੇਤਜ ਉਤਭੁਜ, ਇਹ ਸਾਰੇ ਆਉਂਦੇ ਨੇ। ਅਤੇ ਫਿਰ ਸਰਬੱਤ ਦਾ ਭਲਾ ਕਰਨ ਨੂੰ ਕਿਹਾ ਮਹਾਰਾਜ ਨੇ, ਹਾਂਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪਾਂ ਆਪਦੇ ਇਕੱਲਿਆਂ ਦਾ ਨਹੀਂ ਭਲਾ ਮੰਗਣਾ, ਸਰਬੱਤ ਦਾ ਭਲਾ ਮੰਗਣਾ। ਸਾਡੇ ਗੁਰੂ ਨੇ ਸਰਬੱਤ ਦਾ ਭਲਾ ਮੰਗਿਆ ਅਤੇ ਅਸੀਂ ਆਪਣੇ ਗੁਰੂ ਦੇ ਬੱਚੇ ਹਾਂ ਅਤੇ ਸਾਡਾ ਵੀ ਹੱਕ ਬਣਦਾ ਵੀ ਸਰਬੱਤ ਦਾ ਭਲਾ ਮੰਗੀਏ। ਅਤੇ ਹੁਣ ਦੇਖੋ ਪਿੱਛੇ ਇੱਕ ਸਮਾਂ ਆਇਆ, ਉਹ ਸਮੇਂ ਦੇ ਵਿੱਚ ਜਿਸ ਘਰ 'ਤੇ ਮੁਸੀਬਤ ਪੈਂਦੀ ਸੀ ਉਹੀ ਜਾਣਦਾ ਸੀ, ਦੂਜੇ ਨੂੰ ਨਹੀਂ ਸੀ ਪਤਾ। ਉਹੀ ਦੁੱਖ ਤਾਂ ਉਹਨੂੰ ਪਤਾ ਸੀ ਨਾ, ਜਿਸ ਤਨ ਲੱਗੀਆਂ ਸੋਈ ਜਾਣੇ, ਕੌਣ ਜਾਣੇ ਪੀਰ ਬੁਰਾਈ। ਅਤੇ ਹੁਣ ਇਤਫਾਕ ਹੋ ਗਿਆ, ਹੁਣ ਮਾੜਾ ਜਿਹਾ ਕੋਈ ਹੁੰਦਾ ਸਾਰੇ ਇਕੱਠੇ ਹੋ ਜਾਂਦੇ ਆ, ਨਹੀਂ ਵੀ ਕੱਲ੍ਹ ਨੂੰ ਮੇਰੇ 'ਤੇ ਵੀ ਹੋ ਸਕਦੀ। ਇਸ ਕਰਕੇ ਇਕੱਠੇ ਹੋਣਾ ਹੈ, ਇੱਕ ਦੂਸਰੇ ਦਾ ਦੁੱਖ ਵੰਡਾਉਣਾ ਹੈ। ਕੀ ਕਰਨਾ ਜੀ? ਦੁੱਖ ਵੰਡਾਉਣਾ ਹੈ। ਜੇ ਉਹਦੇ ਘਰ ਜਾਵਾਂਗੇ, ਉਹਨੂੰ ਹੱਲਾਸ਼ੇਰੀ ਦੇਵਾਂਗੇ ਵੀ ਤੇਰੇ ਨਾਲ ਆ, ਡੋਲਣਾ, ਉਹ ਆ ਪਿਆਰ, ਹੈ ਨਾ। ਅਤੇ ਮਕਸਦ ਨਾ ਹੋਵੇ ਵੀ ਮੈਂ ਇਸ ਮਕਸਦ ਕਰਕੇ ਇਹਦੇ ਕੋਲ ਜਾਵਾਂਗਾ ਅਤੇ ਆਹ ਮੇਰਾ ਕੰਮ ਹੋ ਜਾਏਗਾ। ਕਈ ਵਾਰੀ ਮਕਸਦ ਰੱਖ ਕੇ ਅਸੀਂ ਸਰਕਾਰੀ ਦਰਬਾਰੇ ਜਾਂਦੇ ਕਈਆਂ ਦੇ ਕੰਮ ਕਰਾਉਣ ਵਾਸਤੇ, ਕਿ ਮਾਲਕ ਨੂੰ ਭੁੱਲ ਗਏ। ਜਦੋਂ ਉਹ ਬੈਠਾ ਕਰਨ ਵਾਲਾ ਅਤੇ ਉਹ ਆਪੇ ਵਿਧੀ ਬਣਾਏਗਾ, ਆਪੇ ਵਿਧੀ ਬਣਾਏਗਾ। ਤੁਸੀਂ ਉਹਦੇ ਬਣੋ, ਉਹ ਤੁਹਾਡਾ ਬਣ ਜੇ, ਉਹਨੇ ਹੀ ਕਰਨਾ ਨਾ। ਉਹ ਹਰ ਇੱਕ ਦੇ ਵਿੱਚ ਆ, ਹਰ ਇੱਕ ਦੇ ਵਿੱਚ ਵਸੇਗਾ ਅਤੇ ਕੰਮ ਕਰਾ ਦੇਗਾ। ਉਹਦੇ 'ਤੇ ਭਰੋਸਾ ਰੱਖੋ ਇੱਕ 'ਤੇ। ਹੁਣ ਗੁਰਮੁਖ ਪਿਆਰਿਓ, ਆਪਾਂ ਇਸ ਸੰਸਾਰ ਦੇ ਉੱਤੇ ਆਏ ਹਾਂ, ਇੱਥੋਂ ਪਤਾ ਆਪਾਂ ਵੀ ਇੱਕ ਦਿਨ ਕੂਚ ਕਰ ਜਾਣਾ ਹੈ, ਸਰੀਰ ਛੱਡ ਜਾਣਾ ਹੈ। ਅਤੇ ਫਿਰ ਕਿਉਂ ਨਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਉਹ ਕਰੀਏ। ਕਰ ਬੰਦੇ ਤੂੰ ਬੰਦਗੀ ਜੇ ਚਿਰ ਘਟ ਮੈਂ ਸਾਹੋ, ਜਿੰਨੀ ਦੇਰ ਕਹਿੰਦੇ ਸਾਹ ਚੱਲਦਾ, ਕਹਿੰਦੇ ਬੰਦੇ ਬੰਦਗੀ ਕਰ। ਕਿਹਦੀ ਬੰਦਗੀ ਕਰ? ਇਸ ਇੱਕ ਦੀ ਕਰ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ। ਇਹ ਇੱਕ ਨੂੰ, ਸੱਚ ਨੂੰ ਪੰਜਾਬੀ ਵਿੱਚ ਕਹਿੰਦੇ ਆ ਵਾਹ ਗੁਰੂ। ਕੀ ਕਹਿੰਦੇ ਆ? ਵਾਹ ਗੁਰੂ। ਹਿੰਦੀ 'ਚ ਰਾਮ ਰਾਮ, ਉਰਦੂ 'ਚ ਅੱਲਾਹੂ। ਮਾਲਕ ਇੱਕੋ ਹੀ ਹੈ ਨਾ, ਲੇਕਿਨ ਨਾਂ ਵੱਖ ਵੱਖ ਰੱਖੇ ਨੇ। ਇਸ ਇੱਕ ਦੀ ਬੰਦਗੀ ਕਰ। ਇਸ ਇੱਕ ਨੇ ਹੀ ਤੁਹਾਨੂੰ ਅੰਤਿਮ ਸਮੇਂ ਅੱਗੇ ਖੜ੍ਹੇ ਹੋਣਾ ਲੈਣ ਵਾਸਤੇ। ਇਸ ਇੱਕ ਨੂੰ ਜਿਹੜਾ ਮਿਲਿਆ ਹੋਏਗਾ, ਉਹ ਬੱਚਾ ਵੀ ਅੱਗੇ ਤੁਹਾਨੂੰ ਦਿਸੇਗਾ ਵੀ ਮੈਂ ਇਹਦੀ ਸੰਗਤ ਕੀਤੀ ਸੀ, ਉਹ ਖੜ੍ਹਾ ਅੱਗੇ, ਉਹ ਖੜ੍ਹਾ ਦਿਖਾਈ ਦੇਗਾ ਤੁਹਾਨੂੰ। ਅਤੇ ਉਹ ਫਿਰ ਮਾਲਕ ਨੂੰ ਕਹੇਗਾ ਇਹ ਸੰਗਤ ਕੀਤੀ ਜੀ ਇਹਨਾਂ ਨੇ ਤੁਹਾਡੀ, ਅਤੇ ਉਹ ਫਿਰ ਉਹਨੂੰ ਬੁਲਾ ਲਿਆ ਜਾਂਦਾ ਹੈ, ਜਮਾਂ ਤੋਂ ਛੁਡਾ ਲਿਆ ਜਾਂਦਾ ਹੈ। ਅਤੇ ਜੰਮ ਬੜੇ ਆਰਾਮ ਨਾਲ ਲੈ ਕੇ ਆਉਂਦੇ ਨੇ, ਨਹੀਂ ਤਾਂ ਹਰ ਇੱਕ ਨੂੰ ਜੰਮ ਤਸ਼ੱਦਦ ਕਰਕੇ ਲੈ ਕੇ ਜਾਂਦੇ ਨੇ, ਕੁੱਟ ਕੇ ਲੈ ਕੇ ਜਾਂਦੇ ਨੇ। ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾਹੇ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮ ਕਾਲ ਸਹਿ ਸਿਰ ਡੰਡਾਹੇ। ਅਸੀਂ ਡੰਡੇ ਖਾ ਕੇ ਨਹੀਂ ਜਾਣਾ, ਕੁੱਟ ਖਾ ਕੇ ਨਹੀਂ ਜਾਣਾ। ਅਸੀਂ ਸਰੀਰ ਵਿੱਚ ਰਹਿੰਦਿਆਂ ਹੋਇਆਂ ਇਹਦੇ ਨਾਲ ਪਿਆਰ ਪਾਉਣਾ, ਇਹਦੇ ਨਾਲ ਪਿਆਰ ਪਾਉਣਾ। ਇਹਦੇ ਨਾਲ ਪਿਆਰ ਤਾਂ ਪਊ ਜੇ ਇਹਨੂੰ ਤੁਸੀਂ ਦੇਖੋਗੇ, ਹਾਂਜੀ। ਇਹਦੀ ਗੱਲ ਤਾਂ ਤੁਸੀਂ ਕਰੋਗੇ ਜੇ ਇਹਨੂੰ ਦੇਖੋਗੇ।
तो जे देखिया ही नहीं तो फिर इहदी गल नहीं करोगे। तो किहदी गल करोगे? झूठ की गल करोगे। किहदी गल करोगे जी? झूठ की गल करोगे। इस मालक नूं गुरु नानक देव महाराज जी ने अदृष्ट कहा। की कहा जी? अदृष्ट। कहते अदृष्ट दिसे तां कहा जाए, बिन देखे कहना बिरथा जाए, गुरमुख दिसे सहज सुभाए। तुहाडे विचों कई गुरमुख प्रैक्टिकल करते हैं, वो सहज सुभाए मालक नूं देख रहे हैं। सहज सुभाए, कोई जोर नहीं लग रहा। इन्हां अखां दे विचों एक नेत्र बना के देख रहे हैं तो आनंद लै रहे हैं, है नी, भरोसा करते पे ने, विश्वास करते पे। हुण गुरमुख प्यारिओ, इस इलाके विचों आके असीं इहदे नाल जुड़े रहना। किहदे नाल जुड़े रहना? मालक दे नाल। इहदे नाल जुड़न वास्ते एक चीज़ है जिन्हें जोड़ना है। इत्थे जदों असीं आए, इत्थे नाम आ, इत्थे की है जी? नाम। मन इत्थे आ गया विचारां च दिने, इत्थों मन ने सतोगुणी हुंदियां होइयां इह नाम नाल जुड़ना। सतोगुणी हुंदियां होइयां तुहाडे मन विच विचार अच्छे आउण, चंगी सोच रखो, तो समझ लो तुसीं मालक नूं मिलण वास्ते पहला कदम पट लिया। फिर अगे नाम, मालक की आवाज़, मालक का जहाज़ खड़ा, इहदे विच सवार हो जाओ। मतलब कहंदा भी इहनूं सुनना शुरू कर दिओ। जदों इन्हां नूं सुनोगे, ये मालक, ये नाम ने सच दे सन्मुख कर देना। ये सुनदियां सुनदियां यकदम प्रकाश हो जाएगा। तो जो प्रकाश होएगा वो साडे सारिਆਂ ਦਾ मूल होएगा। वो की होएगा जी? साडे सारिਆਂ ਦਾ मूल, मुढ़, जिंदे तो आपां पैदा होए हैं, इत्थे संसार दे विच आए हुए हाँ, उहनूं असीं मिल लांगे। ये है जी अपना खेड गुरबाणी विच समझाई गई। ये सारा खेल बड़े ही सरल अर्थां दे विच, सरल तो उदों बनदा जदों समझ आवे, नहीं तो बड़ा औखा लगदा। जिन्नी देर सानूं भी समझ नहीं सी लगदी, असीं भी पुछदे हुंदे सी भी सानूं कोई समझाओ जी, सानूं कोई समझाओ, असीं मालक नूं मिलना है, कोई समझाओ। पर नहीं सी गल किसे तो पल्ले पैंदी। हाँ जी, फिर स्टीक मंगाई, वो भी नहीं समझ आउंदी सी, वो उदों भी औखी लगदी सी। फिर ऐ करदियां करदियां गुरमुख मिले, उन्हां दा प्रैक्टिकल सी, उन्हां दा मिलाप सी इत्थे मालक दे नाल, सच दे नाल। उन्हां ने फिर हौली हौली अभ्यास कराया। हाँ जी, फिर नाम प्रगट होया, फिर उन्हां नाल प्यार पिया। फिर हौली हौली सुनते हुए, संगत करते हुए, भरोसा करते हुए अगे दी अगे चलते रहे। तो अज मालक की किरपा नाल, किहदी किरपा नाल जी? मालक की किरपा दे नाल अज तुसीं संगत रूप आउंदे हो, तुहानूं समझाउण दी थोड़ी बहुत कोशिश करते हैं भी सारी संगत आपां मालक दे बच्चे हाँ, मैं भी बच्चा। ये बच्चा समझा रहा, दूसरे बच्चे समझ रहे हैं। तुहाडे विचों कई बच्चे मालक दे समझ चुके हैं, जिहड़े गांह दी गांह होरां नूं समझाउंदे ने। अपने सारिਆਂ ਦਾ फर्ज बनता है कि जे आपां चाहुंदे हाँ अंदर खाते भी दुनिया के उत्ते गुरु ग्रंथ साहिब महाराज नूं सारी दुनिया मन्ने, तो प्यार दे नाल सिमरन समझाओ, प्यार दे नाल विचार करो। कट्टड़ता दे विच नहीं पैना। कट्टड़ता दे विच ये नहीं कहना भी असीं चंगे हाँ तुसीं माड़े हो ना। सारिਆਂ नूं कहना भी आपां सारे भरा वां। की कहना जी? आपां सारे भरा। जे एक पिता एक इसके हम बारक हाँ तो फिर भरा नहीं होए आपस जी? हाँ जी। तो गुरु साहिबान मालक दे आग्याकारी पुत ने, तो असीं उन्हां दे नलायक पुत सी। की सी जी? नलायक पुत सी, भुल्लड़ पुत सी, भुल्लड़ बच्चे सी। तो थोड़ी थोड़ी किरपा करदा गया, तो अज किरपा हुई, तो गांह दी गांह आपां फिर आप समझ के भेद लैके अगे आपदे सारी दुनिया ते आपां भेद दईए। वो दिन आ जाए जिस दिन सारी दुनिया कहे वाह गुरु वाह गुरु, वो दिन आ जाए। यही आपां मालक दे चरणों च भी यही बेनती करते हैं सच्चे पातशाह, वो दिन आ जाए जिस दिन सारी दुनिया ते नाम दियां गूंजां पैण, सारी दुनिया ते नाम दियां गूंजां पैण। उहदे लई आपां इत्थे संगत करते हैं, इकट्ठे हुंदे हैं। तो जदों भी तुसीं किसे नाल विचार करनी है तो आप निमाणे बन जाना है। की बन जाना है? निमाणे बन के समझाउणा है। तो मन विच ये समझ लेना हम नहीं चंगे बुरा नहीं कोई, परनवत नानक तारै सोए। भी सारिਆਂ ਨੂੰ तारन वाला मालक है, तो आपां यही सोचना है भी मेरे तो सारे ही चंगे ने।
ठीक है। ਇੰਨਾ ਕੁ ਆਪਣੇ ਮਨ ਵਿੱਚ ਇਹ ਵਸ ਗਿਆ ਤੇ ਫਿਰ ਮਾਲਕ ਨਾਲ ਮਿਲਾਪ ਹੋਏਗਾ ਹੀ ਹੋਏਗਾ। ਆਓ ਗੁਰਮੁਖ ਪਿਆਰਿਓ, ਮਾਲਕ ਨੂੰ ਮਿਲਣ ਵਾਸਤੇ ਜੋ ਸਾਡਾ ਮਨ ਹੈ ਇਹ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਹੈ, ਜਨਮਾਂ ਜਨਮਾਂ ਦੀ ਇਹਨੂੰ ਮੈਲ ਲੱਗੀ ਹੋਈ, ਕਾਲਾ ਸ਼ਾਹ ਹੋਇਆ ਹੋਇਆ। ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ, ਕਾਲਾ ਹੋਆ ਸ਼ਾਹ, ਕਾਲਾ ਸ਼ਾਹ ਹੋਇਆ ਪਿਆ। ਅਤੇ ਉਹ ਮਨ ਨੂੰ ਫੁਰਨਿਆਂ ਤੋਂ ਰਹਿਤ ਕਰੀਏ। ਮੈਲ ਵੀ ਕਾਹਦੀ ਲੱਗੀ ਜੀ? ਫੁਰਨਿਆਂ ਦੀ ਲੱਗੀ, ਵਿਚਾਰਾਂ ਦੀ। ਮਨ ਵੀ ਅਦਿੱਖ ਅਤੇ ਫੁਰਨੇ ਵੀ ਅਦਿੱਖ, ਅਦਿੱਖ ਦੇ ਉੱਤੇ ਅਦਿੱਖ ਮੈਲ ਲੱਗੀ ਆ। ਅਤੇ ਅਦਿੱਖ ਮੈਲ ਨੂੰ ਲਾਹੁਣ ਵਾਸਤੇ ਵਾਹਿਗੁਰੂ ਗੁਰਮੰਤਰ ਦੀ ਧੁਨ ਵਿੱਚ ਧਿਆਨ ਰੱਖ ਕੇ, ਧੁਨ ਵੀ ਅਦਿੱਖ ਹੈ। ਵਾਹ ਬੋਲਿਆ, ਤੁਹਾਨੂੰ ਦਿਸਿਆ ਤਾਂ ਨਹੀਂ? ਮੈਂ ਵਾਹੇ ਬੋਲਿਆ, ਤੁਹਾਨੂੰ ਦਿਸਿਆ ਨਹੀਂ, ਸੁਣਿਆ। ਇਸ ਕਰਕੇ ਤੁਸੀਂ ਆਪਣੇ ਮੂੰਹ ਵਿੱਚੋਂ ਵਾਹੇ ਬੋਲ ਕੇ ਆਪਦੇ ਕੰਨਾਂ ਨਾਲ ਵਾਹੇ ਸੁਣਨਾ, ਅੱਖਰ ਨਹੀਂ ਬਣਾਉਣੇ, ਠੀਕ ਹੈ। ਫਿਰ ਕਹਿਣਾ ਗੁਰੂ, ਅਤੇ ਇਹ ਆਵਾਜ਼ ਵੀ ਕੀ ਹੈ ਜੀ? ਅਦਿੱਖ। ਅਦਿੱਖ ਮਨ ਨੇ ਇੱਥੋਂ ਨਿਕਲਣਾ ਅਤੇ ਅਦਿੱਖ ਨਾਮ ਦੇ ਵਿੱਚ ਪਹਿਲਾਂ ਵਾਹੇ ਅਤੇ ਗੁਰੂ ਦੀ ਧੁਨ ਅਦਿੱਖ, ਉਹਦੇ 'ਚ ਧਿਆਨ ਲਾਉਣਾ। ਫਿਰ ਅੱਗੇ ਨਾਮ ਮਾਲਕ ਦੀ ਆਵਾਜ਼, ਸਹਿਜ ਧੁਨ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਇਹ ਅਦਿੱਖ। ਫਿਰ ਇਹਦੇ ਵਿੱਚ ਧਿਆਨ ਲਾ ਕੇ ਇਹ ਵੀ ਅਦਿੱਖ, ਪ੍ਰਕਾਸ਼ ਦੇ ਵਿੱਚ ਤੁਸੀਂ ਚਲੇ ਜਾਣਾ। ਅਤੇ ਮਨ ਕਦੋਂ ਅਦਿੱਖ ਨੂੰ ਦੇਖਦਾ? ਮਨ ਉਦੋਂ ਦੇਖਦਾ ਜਦੋਂ ਇੱਕ ਚਿੱਤ ਹੋ ਜਾਂਦਾ। ਜਦੋਂ ਇੱਕ ਚਿੱਤ ਹੋ ਜਾਂਦਾ, ਦੋ ਅੱਖਾਂ ਤੋਂ ਇੱਕ ਅੱਖ ਬਣਾ ਲੈਂਦਾ, ਦੋ ਅੱਖਾਂ ਤੋਂ, ਦੋ ਦ੍ਰਿਸ਼ਟੀ ਤੋਂ ਇੱਕ ਦ੍ਰਿਸ਼ਟ ਬਣਾ ਲੈਂਦਾ। ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਏ। ਇਸ ਕਰਕੇ ਇੱਕ ਦ੍ਰਿਸ਼ਟੀ ਬਣਾਉਣੀ ਆਪਾਂ ਸਿੱਖ ਲੈਣੀ ਆ। ਜਦੋਂ ਇੱਕ ਦ੍ਰਿਸ਼ਟੀ ਬਣਨ ਲੱਗ ਗਈ ਤਾਂ ਮਾਲਕ ਸਾਡੇ ਸਾਰਿਆਂ ਦੇ ਸਾਹਮਣੇ ਆ। ਅਤੇ ਮਾਲਕ ਨੂੰ ਫਿਰ ਆਪਾਂ ਬੇਨਤੀ ਵੀ ਕਰਨੀ ਆ। ਕੀ ਬੇਨਤੀ ਕਰਨੀ ਆ? ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਕਾਸ਼। ਕੀ ਕਹਿਣਾ? ਪ੍ਰਕਾਸ਼ ਕਰ ਦੇ। ਕਿੱਥੇ? ਇੱਥੇ। ਇੱਥੋਂ ਪ੍ਰਕਾਸ਼ ਨੇਤਰਾਂ ਦੇ ਵਿੱਚ ਮਾਲਕ ਦਾ ਪ੍ਰਕਾਸ਼ ਆ ਜਾਏਗਾ ਅਤੇ ਮਨ ਦਾ ਪ੍ਰਕਾਸ਼ ਮਾਲਕ ਵਿੱਚ ਚਲਾ ਜਾਏਗਾ। ਅਚਲ ਮੂਰਤ ਅਨਭਉ ਪ੍ਰਕਾਸ਼ ਮਤੋਜ ਕਹੀ ਜੈ। ਉਹ ਪ੍ਰਕਾਸ਼ ਮਾਲਕ ਨੂੰ ਆਪਾਂ ਕਹਿ ਰਹੇ ਹਾਂ, ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਕਾਸ਼, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਜਿਹੜਾ ਦੁੱਖਾਂ ਦਾ ਨਾਸ ਹੋ ਜਾਏਗਾ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ਼, ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ। ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ। ਇੱਕ ਕੀਰਤਨ ਜਿਵੇਂ ਹੁਣ ਆਪਾਂ ਗੁਰਮੁਖਾਂ ਤੋਂ, ਭੈਣ ਜੀ ਤੋਂ ਸੁਣਿਆ ਸੀ, ਇੱਕ ਕੀਰਤਨ ਮਾਲਕ ਵੀ ਕਰ ਰਿਹਾ ਸਾਡੇ ਸਾਰਿਆਂ ਦੇ ਅੰਦਰ। ਉਹ ਕੀਰਤਨ ਨੂੰ ਕਹਿੰਦੇ ਨੇ, ਮਾਲਕ ਦੀ ਆਵਾਜ਼ ਨੂੰ ਕੀਰਤਨ ਕਹਿੰਦੇ ਨੇ, ਮਾਲਕ ਦੀ ਆਵਾਜ਼ ਨੂੰ, ਨਾਮ ਨੂੰ ਕੀਰਤਨ ਕਹਿੰਦੇ ਨੇ। ਉਹ ਕੀਰਤਨ ਵੀ ਫਿਰ ਆਪਾਂ ਨਾਲ ਦੀ ਨਾਲ ਅਨਹਦ ਬਾਣੀ ਸਹਿਜ ਧੁਨ ਦੇ ਰੂਪ ਵਿੱਚ ਮਾਲਕ ਕੀਰਤਨ ਕਰਦਾ, ਉਸ ਕੀਰਤਨ ਨੂੰ ਵੀ ਸੁਣਨਾ। ਮਾਤ ਪਿਤਾ ਬੰਧਪ ਤੂੰ ਹੈ ਤੂੰ ਸਰਬ ਨਿਵਾਸੀ, ਨਾਨਕ ਪ੍ਰਭ ਸ਼ਰਨਾਗਤੀ ਜਾ ਕੋ ਨਿਰਮਲ ਜਾਸ। ਆਓ ਫਿਰ ਆਪਾਂ ਮਾਲਕ ਨੂੰ ਬੇਨਤੀ ਕਰਦੇ ਹੋਏ ਸਿਮਰਨ ਕਰੀਏ। ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਸਾਡੇ ਅੰਦਰ ਵੀ ਪ੍ਰਕਾਸ਼, ਸਾਡੇ ਹਿਰਦੇ 'ਚ ਪ੍ਰਕਾਸ਼ ਕਰ। ਹਿਰਦਾ ਮਨ ਨੂੰ ਕਹਿੰਦੇ ਨੇ, ਇਹਨੂੰ ਨਹੀਂ ਕਹਿੰਦੇ। ਆ ਦਿਲ ਦੀ ਧੜਕਣ ਨੂੰ ਹਿਰਦਾ ਨਹੀਂ ਕਹਿੰਦੇ। ਇੱਥੇ ਹੋਣਾ ਪ੍ਰਕਾਸ਼। ਇਹ ਤਾਂ ਇੱਕ ਮਸ਼ੀਨਰੀ ਹੈ। ਅੱਗੇ ਵੀ ਦੱਸਿਆ, ਦੁਬਾਰਾ ਵੀ ਦੱਸ ਦਈਏ। ਇਹ ਦਿਲ ਪੰਪ ਕਰਦਾ, ਸਪਲਾਈ ਕਰਦਾ ਖੂਨ ਸਾਰੀਆਂ ਨਾੜਾਂ ਨੂੰ, ਨਸਾਂ ਨੂੰ। ਇਸ ਕਰਕੇ ਪ੍ਰਕਾਸ਼ ਇੱਥੇ ਹੋਣਾ ਹੈ ਨਾ। ਆਓ ਸਾਰੇ ਮਨ ਵਿੱਚ ਇਹ ਸ਼ਰਧਾ ਰੱਖ ਕੇ ਸੱਚੇ ਪਾਤਸ਼ਾਹ ਕਿਰਪਾ ਕਰੋ। ਸਾਰੇ ਵਿਧੀ ਤੁਸੀਂ ਸਮਝੇ ਹੋਏ ਹੋ। ਨੇਤਰ ਬੰਦ ਕਰ ਲਓ ਜੀ, ਬੜੇ ਪਿਆਰ ਨਾਲ ਸਿਮਰਨ ਕਰਨਾ। ਮੈਂ ਵਿਧੀ ਦੱਸਦਿਆਂ ਨੇਤਰ ਬੰਦ ਕਰਕੇ ਇੱਥੇ ਦੇਖਣਾ, ਅੱਖਾਂ ਬੰਦ ਕਰਕੇ ਇੱਥੇ ਅੱਗੇ ਦੇਖਣਾ, ਨੱਕ ਦੀ ਨੋਕ ਦੇ ਇੱਥੇ ਫਿੱਕਾ ਜਿਹਾ ਹਨੇਰਾ ਦਿਸਦਾ, ਇਹਨੂੰ ਦੇਖੀ ਜਾਣਾ। ਇਹਨੂੰ ਦੇਖਦਿਆਂ ਹੋਇਆਂ ਕਹਿਣਾ ਵਾਹ, ਸੁਣ ਲੈਣਾ। ਫਿਰ ਕਹਿਣਾ ਗੁਰੂ ਗੁਰੂ, ਸੁਣ ਲੈਣਾ। ਬਾਰ ਬਾਰ ਦੇਖਦਿਆਂ ਹੋਇਆਂ ਬੋਲੀ ਜਾਣਾ, ਸੁਣੀ ਜਾਣਾ, ਕਰੀ ਜਾਣਾ। ਠੀਕ ਹੈ, ਪਿਆਰ ਨਾਲ। ਔਖੇ ਨਹੀਂ ਹੋਣਾ, ਬੜੀ ਨਿਮਰਤਾ ਦੇ ਨਾਲ, ਬੜੇ ਸਹਿਜ ਨਾਲ ਕਰਨਾ। ਹਾਂਜੀ, ਸਾਰੇ ਗੁਰਮੁਖ ਕਰੋ ਸ਼ੁਰੂ। ਵਾਹਿਗੁਰੂ ਵਾਹਿਗੁਰੂ।